दीन दर्द दुख पंजना। घट घट नाथ अनाथ। शरण तुम्हारी आयो। नानक के प्रभ साथ। शरण तुम्हारी आयो। नानक के प्रभ साथ। फिरत फिरत प्रभ आया। हरिया तो सरनाए। नानक की प्रभ बेनती। अपनी भगति लाए। नानक की प्रभ बेनती। अपनी भगति लाए। सुखी बसे मसकीनिया। आप निवार तले। बड़े बड़े अहंकारिया। नानक गर्भ गले। बड़े बड़े अहंकारिया। नानक गर्भ गले। पूरा प्रभ आराध्या। पूरा जाका नाओ। नानक पूरा पाया। पूरे के गुण गाओ। नानक पूरा पाया। पूरे के गुण गाओ। कवन वडाई कह सकूं बेअंत गुणीता। कर किरपा मोहि नाम देहो। नानक दर सरीता। कर किरपा मोहि नाम देहो। नानक दर सरीता। जुगो जुग अटल सतगुरु। गुरगद्दी ते सुभाईमान दसां पातशाहियां दी जोत। सतगुरु गरीब नवाज भगत वत्सल पतित पावन करुणा निधान उपमा महान गुरु गुरु ग्रंथ साहिब जी महाराज जी दी पावन और पवित्र मुबारक ਅੰਮ੍ਰਿਤਮਈ ਹਜ਼ੂਰੀ ਵਿਖੇ ਚਰਨ ਸ਼ਰਨ ਵੇਖੇ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ। ਗੁਰੂ ਸਾਹਿਬ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਹਨ। ਸਾਨੂੰ ਭੁੱਲਿਆ ਭਟਕਿਆ ਹੋਇਆ ਜੀਵਾਂ ਨੂੰ, ਮਾਇਆ ਗ੍ਰਸਿਆ ਹੋਇਆ ਜੀਵਾਂ ਨੂੰ, ਘਰ ਪਰਿਵਾਰ 'ਚ ਉਲਝਿਆ ਹੋਇਆ ਜੀਵਾਂ ਨੂੰ ਤਰਸ ਕਰਕੇ, ਦਇਆ ਕਰਕੇ, ਰਹਿਮਤ ਕਰਕੇ ਆਪਣੀ ਸੁਭਾਗੀ ਗੋਦ ਹਜ਼ੂਰੀ ਚਰਨ ਸ਼ਰਨ ਦੀ ਦਾਤ ਬਖਸ਼ੀ ਹੈ। ਔਰ ਗੁਰੂ ਕੀ ਚਰਨ ਸ਼ਰਨ ਦਾ ਦਰਬਾਰ ਦਾ ਹਜ਼ੂਰੀ ਦਾ ਆਨੰਦ ਮਾਣਦਿਆਂ ਹੋਇਆ
ਗੁਰੂ ਘਰ ਦੇ ਸਾਜੇ ਨਿਵਾਜੇ ਹੋਏ ਗੁਰੂ ਕੇ ਕੀਰਤਨੀਆਂ ਪਾਸੋਂ ਪਾਵਨ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਪਿਆਰ ਔਰ ਸਤਿਕਾਰ ਸਹਿਤ ਰੋਜ਼ਾਨਾ ਦੀ ਤਰ੍ਹਾਂ ਆਪ ਜੀ ਨੇ ਸ਼ਰਵਣ ਕੀਤੇ, ਆਨੰਦ ਮਾਣਿਆ। ਕੀਰਤਨ ਇੱਕ ਭਗਤੀ ਹੈ, ਕੀਰਤਨ ਇੱਕ ਸਿਮਰਨ ਹੈ ਔਰ ਕੀਰਤਨ ਰੂਪ ਭਗਤੀ, ਕੀਰਤਨ ਰੂਪ ਸਿਮਰਨ 'ਚ ਆਪ ਜੀ ਜੁੜੇ। ਆਓ ਇਸੇ ਤਰ੍ਹਾਂ ਇਹ ਜਿਹੜੀਆਂ ਅਗਲੇਰੀਆਂ ਘੜੀਆਂ ਹਨ, ਇਹ ਵੀ ਗੁਰੂ ਚਰਨਾਂ 'ਚ ਜੁੜ ਕੇ, ਗੁਰਬਾਣੀ ਨਾਲ ਜੁੜ ਕੇ ਸਫਲੀਆਂ ਬਣਾਈਏ, ਸਕਾਰਥ ਬਣਾਈਏ। ਭਗਤ ਕਬੀਰ ਸਾਹਿਬ ਜੀ ਵੱਲੋਂ ਪਾਵਨ ਸ਼ਲੋਕਾਂ ਦੇ ਰੂਪ 'ਚ ਜੋ ਉਪਦੇਸ਼ ਗਿਆਨ ਸਾਨੂੰ ਬਖਸ਼ਿਸ਼ ਕੀਤਾ ਗਿਆ ਹੈ, ਉਹਨਾਂ ਦੀ ਵਿਚਾਰ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਪਿਆਰ ਸਹਿਤ, ਅਦਬ ਸਹਿਤ, ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਦੇ ਜੋ ਬਚਨ ਗੁਰੂ ਗ੍ਰੰਥ ਸਾਹਿਬ ਜੀ 'ਚ ਸ਼ਬਦਾਂ ਜਾਂ ਸ਼ਲੋਕਾਂ ਦੇ ਰੂਪ ਦੇ ਵਿੱਚ ਸੁਭਾਏਮਾਨ ਹਨ, ਬਹੁਤ ਕ੍ਰਾਂਤੀਕਾਰੀ ਬੋਲ ਹਨ, ਸੱਚੇ ਔਰ ਖਰੇ ਬੋਲ ਹਨ, ਪ੍ਰੈਕਟੀਕਲ ਜੀਵਨ ਦੇ ਨਾਲ ਸੰਬੰਧਿਤ ਬੋਲ ਹਨ। ਬੇਸ਼ੱਕ ਉਹਨਾਂ ਨੇ ਉਦੋਂ ਦੀਆਂ ਜਿਹੜੀਆਂ ਸਮਾਜ ਦੀਆਂ ਕੁਰੀਤੀਆਂ ਸਨ, ਉਹਨਾਂ ਦਾ ਜ਼ਿਕਰ ਆਪਣੇ ਬੋਲਾਂ ਅੰਦਰ, ਬਾਣੀ ਅੰਦਰ ਕੀਤਾ, ਪਰ ਇਨ ਬਿਨ ਅੱਜ ਦੇ ਸਮੇਂ ਦੇ ਵਿੱਚ ਵੀ ਉਹ ਬੋਲ ਸਾਨੂੰ ਬਰਾਬਰ ਅਗਵਾਈ ਬਖਸ਼ਦੇ ਹਨ। ਤੇ ਇਹਦਾ ਦੂਜਾ ਪੱਖ ਵੇਖੋ, ਇਹ ਵੀ ਹੈ, ਅੱਜ ਅਸੀਂ ਬਾਹਰੀ ਜ਼ਿੰਦਗੀ 'ਚ ਬਹੁਤ ਅੱਗੇ ਹਾਂ। ਜਦੋਂ ਭਗਤ ਕਬੀਰ ਸਾਹਿਬ ਸੰਸਾਰ 'ਚ ਆਏ ਸਨ, ਉਦੋਂ ਦਾ ਰਹਿਣਾ ਸਹਿਣਾ, ਲਾਈਫ ਸਟਾਈਲ, ਅੱਜ ਦੇ ਰਹਿਣ ਸਹਿਣ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਹਰ ਚੀਜ਼ 'ਚ ਖਾਣ ਵਾਲੇ ਭੋਜਨ, ਪਹਿਨਣ ਵਾਲੇ ਕੱਪੜਿਆਂ 'ਚ ਫਰਕ ਹੈ, ਰਹਿਣ ਵਾਲੇ ਘਰਾਂ 'ਚ ਫਰਕ ਹੈ, ਆਵਾਜਾਈ ਦੇ ਸਾਧਨਾਂ 'ਚ, ਹਰ ਚੀਜ਼ ਦੇ ਵਿੱਚ ਫਰਕ ਹੈ ਬਾਹਰੀ ਜੀਵਨ ਅੰਦਰ। ਪਰ ਜੇ ਇੱਕ ਚੀਜ਼ ਦਾ ਫਰਕ ਨਹੀਂ ਹੈ ਜੋ ਬਾਣੀ 'ਚੋਂ ਸਾਨੂੰ ਪਤਾ ਲੱਗਦਾ ਹੈ, ਤੇ ਅੱਜ ਕਿਉਂਕਿ ਆਪਾਂ ਬਿਲਕੁਲ ਸਾਹਮਣੇ ਸਮਾਜ ਵੇਂਹਦੇ ਪਏ, ਸਮਾਜ 'ਚ ਜਿਉਂਦੇ ਪਏ ਹਾਂ, ਉਹ ਹੈ ਵਹਿਮਾਂ ਭਰਮਾਂ ਦਾ। ਬਾਹਰੋਂ ਆਪਾਂ ਠੀਕ ਹੈ ਬਹੁਤ ਤਰੱਕੀ ਕਰ ਲਈ, ਮਨੁੱਖ ਚੰਦਰਮਾ ਤੱਕ ਪਹੁੰਚ ਗਿਆ, ਮੰਗਲ ਗ੍ਰਹਿ ਤੱਕ ਪਹੁੰਚ ਗਿਆ, ਪਰ ਵਹਿਮ ਭਰਮ ਨਹੀਂ ਛੱਡ ਸਕਿਆ। ਅੰਦਰ ਦੀ ਜਿਹੜੀ ਭਰਮ ਵਾਲੀ ਬਿਰਤੀ ਹੈ, ਡਰ ਵਾਲੀ ਬਿਰਤੀ ਹੈ, ਉਹ ਅੱਜ ਵੀ ਉਸੇ ਤਰ੍ਹਾਂ ਬਣੀ ਹੋਈ ਹੈ। ਉਸੇ ਤਰ੍ਹਾਂ, ਕਿਉਂਕਿ ਕਬੀਰ ਸਾਹਿਬ ਦੇ ਬੋਲਾਂ 'ਚੋਂ ਜਾਂ ਗੁਰੂ ਸਾਹਿਬ ਜੀ ਦੀ ਸਾਰੀ ਬਾਣੀ 'ਚੋਂ ਕੁਝ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਉਦੋਂ ਲੋਕ ਕਿੰਨਾ ਕਿੰਨਾ ਭਰਮਾਂ 'ਚ ਫਸੇ ਹੋਏ ਸਨ। ਤੇ ਜਦੋਂ ਆਪਾਂ ਉਹ ਚੀਜ਼ ਵੇਖਦੇ ਹਾਂ ਕਿ ਇਹ ਭਰਮ ਲੋਕ ਕਰਦੇ ਸਨ, ਤੇ ਅੱਜ ਵੀ ਲੋਕ ਉਸੇ ਤਰ੍ਹਾਂ ਉਹਨਾਂ ਭਰਮਾਂ 'ਚ ਫਸੇ ਹੋਏ ਹਨ। ਸੋ ਇੱਕ ਪੱਖ ਤੋਂ ਤੇ ਭਾਵੇਂ ਆਪਾਂ ਜ਼ਿੰਦਗੀ ਦੇ ਫਰਸ਼ ਤੋਂ ਅਰਸ਼ 'ਤੇ ਪਹੁੰਚ ਚੁੱਕੇ ਹਾਂ, ਪਰ ਦੂਜੇ ਪੱਖ ਤੋਂ ਅਸੀਂ ਉਸੇ ਜਗ੍ਹਾ 'ਤੇ ਖਲੋਤੇ ਹਾਂ ਜਿੱਥੇ ਅੱਜ ਤੋਂ 500 ਸਾਲ ਪਹਿਲਾਂ ਖਲੋਤੇ ਸਨ। ਸੋ ਗੁਰੂਆਂ ਨੇ, ਭਗਤਾਂ ਨੇ ਉਦੋਂ ਆਪਣੇ ਜੀਵਨ ਕਾਲ ਅੰਦਰ ਵੀ ਸਮਾਜ ਨੂੰ ਅਵੇਅਰ ਕਰਨ, ਜਾਗਰਤ ਕਰਨ, ਵਹਿਮਾਂ ਭਰਮਾਂ 'ਚੋਂ ਕੱਢਣ ਦੇ ਲਈ ਵੱਡੇ ਪੱਧਰ 'ਤੇ ਯਤਨ ਕੀਤੇ, ਉਦਮ ਕੀਤੇ। ਉਹਨਾਂ ਨੇ ਪਾਵਨ ਬਾਣੀ ਰਾਹੀਂ ਸਾਨੂੰ ਗਿਆਨ ਬਖਸ਼ਿਆ ਕਿ ਰਹਿੰਦੀ ਦੁਨੀਆ ਤੱਕ ਲੋਕ ਇਸ ਬਾਣੀ ਤੋਂ ਸੁਚੇਤ ਹੁੰਦੇ ਰਹਿਣ, ਬਾਣੀ ਤੋਂ ਸਮਝਦੇ ਰਹਿਣ, ਵਹਿਮਾਂ ਭਰਮਾਂ ਪ੍ਰਤੀ ਉਹਨਾਂ ਨੂੰ ਪਤਾ ਲੱਗਦਾ ਰਹੇ। ਤੇ ਵੇਖੋ ਜਿਹੜੀਆਂ ਗੱਲਾਂ ਅੱਜ ਹੁਣ ਅਸੀਂ ਸਮਾਜ ਅੰਦਰ ਕਰਦੇ ਹਾਂ, ਗੁਰਮਤਿ ਪ੍ਰਚਾਰ ਤੇ ਪ੍ਰਸਾਰ ਕਰਦੇ ਹਾਂ,
ਤੇ ਜਿਹੜੇ ਲੋਕ ਬਹੁਤ ਜ਼ਿਆਦਾ ਵਹਿਮਾਂ ਭਰਮਾਂ 'ਚ ਜੁੜੇ ਹੋਏ ਨੇ, ਮਾਨਸਿਕਤਾ ਬੜੀ ਭਰਮੀ ਜਿਨ੍ਹਾਂ ਦੀ ਬਣੀ ਹੈ, ਉਹਨਾਂ ਨੂੰ ਅੱਜ ਵੀ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹਨ। ਤੇ ਜਦੋਂ ਕਬੀਰ ਸਾਹਿਬ ਨੇ ਅੱਜ ਤੋਂ 500, 600 ਸਾਲ ਪਹਿਲਾਂ ਇਹ ਗੱਲਾਂ ਭਰਮਾਂ 'ਚ ਫਸੇ ਲੋਕਾਂ ਦੇ ਸਾਹਮਣੇ ਕੀਤੀਆਂ, ਤੇ ਉਦੋਂ ਵੀ ਭਰਮੀ ਵਹਿਮੀ ਲੋਕਾਂ ਨੂੰ ਉਹ ਗੱਲਾਂ ਚੰਗੀਆਂ ਨਹੀਂ ਸੀ ਲੱਗਦੀਆਂ। ਮਹਾਰਾਜ ਦਾ ਇੱਕ ਬਚਨ ਹੈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਜਦੋਂ ਮਹਾਰਾਜ ਕਹਿੰਦੇ ਕੋਈ ਸੱਚ ਬੋਲਦਾ ਹੈ ਤੇ ਝੂਠੇ ਬੰਦੇ ਨੂੰ ਤੇ ਅੱਗ ਲੱਗ ਜਾਂਦੀ ਹੈ। ਤੇ ਇਹ 500 ਸਾਲ ਪਹਿਲਾਂ ਵੀ ਸੀ, ਅੱਜ ਵੀ ਹੈ। ਕਬੀਰ ਸਾਹਿਬ ਆਪਣੇ ਬਚਨਾਂ ਦੇ ਰਾਹੀਂ ਸਾਨੂੰ ਸਮਝਾ ਰਹੇ ਨੇ, ਉਹਨਾਂ ਨੇ ਜੀਵਨ ਦੇ ਰਾਹੀਂ ਸਮਝਾਇਆ। ਵੇਖੋ, ਜਿਹੜੇ ਸਮਝ ਗਏ, ਜਿਹੜੇ ਅਟਕੇ ਰਹੇ ਸੋ ਅਟਕੇ ਰਹੇ। ਭਗਤਾਂ ਗੁਰੂ ਸਾਹਿਬਾਨਾਂ ਦਾ ਤੇ ਇਹ ਕਰਮ ਹੈ ਕਿ ਉਹਨਾਂ ਨੇ ਸਮਾਜ ਨੂੰ ਸੇਧ ਦੇਣੀ ਹੈ। ਜਿਨ੍ਹਾਂ ਨੇ ਮੰਨ ਲਿਆ ਉਹ ਤਰ ਗਏ, ਜਿਨ੍ਹਾਂ ਨਹੀਂ ਮੰਨਿਆ ਉਹ ਰਹਿ ਗਏ ਡੁੱਬੇ ਦੇ ਡੁੱਬੇ। ਖੈਰ, ਕਬੀਰ ਸਾਹਿਬ ਵੱਲੋਂ ਬਖਸ਼ਿਸ਼ ਕੀਤੇ ਹੋਏ ਸ਼ਲੋਕਾਂ ਚੋਂ 102 ਸ਼ਲੋਕਾਂ ਤੱਕ ਦੀ ਵਿਚਾਰ ਆਪ ਜੀ ਨੇ ਪਿਛਲਿਆਂ ਦੀਵਾਨਾਂ 'ਚ ਸ਼ਰਵਣ ਕੀਤੀ ਹੈ। ਵਿਚਾਰ ਦੀ ਲੜੀ ਅਧੀਨ ਇਸ ਤੋਂ ਅਗਲੇਰੇ ਬਚਨਾਂ ਦੀ ਵਿਚਾਰ ਅੱਜ ਆਪਾਂ ਕਰਾਂਗੇ। ਕੱਲ ਜਿੱਥੋਂ ਆਪਾਂ ਵਿਚਾਰ ਨੂੰ ਸੰਕੋਚਿਆ, 102 ਨੰਬਰ ਸ਼ਲੋਕ 'ਚ ਕਬੀਰ ਸਾਹਿਬ ਕਹਿੰਦੇ ਪਰਮਾਤਮਾ ਦਾ ਨਾਮ ਨਹੀਂ ਛੱਡਣਾ। ਨਾਮ ਨਾ ਛੱਡਣ ਦਾ ਭਾਵ ਹੈ ਸੱਚ ਨਹੀਂ ਛੱਡਣਾ, ਕਿਉਂਕਿ ਵਾਹਿਗੁਰੂ ਸੱਚ ਹੈ, ਵਾਹਿਗੁਰੂ ਦਾ ਨਾਮ ਸੱਚ ਹੈ। ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਇਹ ਤੇ ਹੈ ਵਾਹਿਗੁਰੂ ਦੀ ਸ਼ਖਸੀਅਤ, ਥਿਰ ਰਹਿਣ ਵਾਲੀ ਸੱਚ ਰੂਪ ਪਰਮਾਤਮਾ। ਤੇ ਉਹਦਾ ਨਾਮ ਵੀ ਗੁਰੂ ਮਹਾਰਾਜ ਕਹਿੰਦੇ ਸਤਨਾਮ, ਜਪ ਮਨ ਸਤਨਾਮ, ਸਦਾ ਸਤਨਾਮ। ਉਹਦਾ ਨਾਮ ਵੀ ਸਤ ਹੈ, ਉਹ ਆਪ ਵੀ ਸਤ ਹੈ। ਪਰਮਾਤਮਾ ਦੇ ਨਾਲ ਜੁੜਨ ਦਾ ਭਾਵ ਹੈ ਸੱਚ ਦੇ ਨਾਲ ਜੁੜਨਾ, ਤੇ ਸੱਚ ਦੇ ਨਾਲ ਜੁੜਨ ਦਾ ਭਾਵ ਹੈ ਪਰਮਾਤਮਾ ਨਾਲ ਜੁੜਨਾ। ਭਗਤ ਕਬੀਰ ਜੀ ਕਹਿੰਦੇ ਸੱਚ ਨਹੀਂ ਛੱਡਾਂਗੇ, ਵਾਹਿਗੁਰੂ ਦਾ ਨਾਮ ਨਹੀਂ ਛੱਡਾਂਗੇ, ਉਹਦੀ ਖਾਤਰ ਤਨ ਦੀ ਕੁਰਬਾਨੀ ਦੇਣੀ ਪਵੇ ਦੇ ਦੇਵਾਂਗੇ, ਕੋਈ ਨਾ ਸੌਦਾ ਸਸਤਾ ਹੈ। ਧਨ ਵੀ ਕੁਰਬਾਨ ਕਰਨਾ ਪਵੇ, ਕਿਉਂਕਿ ਤਨ ਵੀ ਕੂੜ ਹੈ ਬਿਨ ਸੰਹਾਰ ਹੈ, ਤਨ ਵੀ ਕੂੜ ਹੈ ਬਿਨ ਸੰਹਾਰ ਹੈ। ਸੱਚ ਵਾਹਿਗੁਰੂ ਦਾ ਨਾਮ ਹੈ। ਤੇ ਜੇ ਸੱਚ ਦੀ ਖਾਤਰ ਇਹ ਤਨ ਤੇ ਧਨ ਰੂਪੀ ਝੂਠ ਕੁਰਬਾਨ ਵੀ ਕਰਨਾ ਪਵੇ ਤੇ ਤਾਂ ਵੀ ਕੋਈ ਪਰਵਾਹ ਨਹੀਂ ਹੈ। ਚਰਨ ਕਮਲ ਮਨ ਬੇਦਿਆ, ਰਾਮੈ ਨਾਮ ਸਮਾਉ। ਵਾਹਿਗੁਰੂ ਦੇ ਕਮਲ ਵਰਗੇ ਚਰਨਾਂ 'ਚ ਕਹਿੰਦੇ ਮਨ ਸਾਡਾ ਵਿੰਨਿਆ ਪਿਆ, ਤੇ ਅਸੀਂ ਉਸੇ ਨਾਮ ਦੇ ਵਿੱਚ ਜੁੜੇ ਰਹਿਣਾ, ਅਭੇਦ ਰਹਿਣਾ। ਇਸ ਤੋਂ ਅੱਗੇ ਕਬੀਰ ਸਾਹਿਬ ਅੱਜ ਫਰਮਾਨ ਕਰਦੇ ਨੇ, 103 ਨੰਬਰ ਇਹ ਸ਼ਲੋਕ ਹੈ। ਕਬੀਰ ਜੋ ਹਮ ਜੰਤ ਬਜਾਵਤੇ, ਟੂਟ ਗਈ ਸਭ ਤਾਰ। ਕਹਿੰਦੇ ਜਿਹੜੇ ਅਸੀਂ ਜੀਵ ਸਾਜ਼ ਵਜਾਉਂਦੇ ਸਾਂ, ਉਸ ਸਾਜ਼ ਦੀਆਂ ਤਾਰਾਂ ਗਈਆਂ ਨੇ ਟੁੱਟ। ਇੱਥੇ ਕਬੀਰ ਸਾਹਿਬ ਜੀ ਦਾ ਇਸ ਸ਼ਲੋਕ ਦੇ ਰਾਹੀਂ ਭਾਵ ਹੈ ਕਿ ਜੀਵ ਜਿਹੜੀਆਂ ਸਰੀਰਕ ਮੋਹ ਦੇ ਵਾਜੇ ਵਜਾਉਂਦਾ ਸੀ, ਉਹ ਵਾਹਿਗੁਰੂ ਦਾ ਸਿਮਰਨ ਜਦੋਂ ਪਰਮਾਤਮਾ ਦੀ ਭਗਤੀ ਦੇ ਰਾਹ ਤੇ ਬੰਦਾ ਤੁਰਦਾ ਹੈ, ਸੱਚ ਸਮਝ ਆਉਂਦੀ ਹੈ, ਤੇ ਜਿਹੜੇ ਮੋਹ 'ਚ ਜੀਵ ਫਸਿਆ ਹੁੰਦਾ ਹੈ, ਉਹ ਮੋਹ ਦੀਆਂ ਤੰਦਾਂ, ਮੋਹ ਦੀਆਂ ਤਾਰਾਂ ਟੁੱਟ ਜਾਂਦੀਆਂ ਹਨ। ਜਿਵੇਂ ਕੱਲ ਵੀ ਆਪਾਂ ਗੁਰਸਿੱਖਾਂ ਦੀ ਗੱਲ ਕੀਤੀ ਸੀ, ਸਧਾਰਨ ਪੱਧਰ ਤੇ ਵੇਖੋ, ਸਾਡਾ ਪਰਿਵਾਰ ਦੇ ਨਾਲ ਵੀ ਮੋਹ ਹੈ, ਸਾਡਾ ਧਨ ਦੇ ਨਾਲ ਵੀ ਲੋਭ ਤੇ ਮੋਹ ਹੈ। ਸਭ ਤੋਂ ਵੱਧ ਸਾਡਾ ਮੋਹ ਹੁੰਦਾ ਹੈ ਸਾਡੇ ਇਸ ਸਰੀਰ ਦੇ ਨਾਲ, ਜੀਵਨ ਦੇ ਨਾਲ। ਪਰ ਜਿਵੇਂ ਬੰਦਾ ਪਰਮਾਤਮਾ ਦੇ ਨਾਮ ਦੇ, ਧਰਮ ਦੇ, ਸੱਚ ਦੇ ਰਸਤੇ ਤੇ ਤੁਰਦਾ ਹੈ, ਉਹ ਫਿਰ ਮੋਹ ਦੀਆਂ ਜੰਜੀਰਾਂ ਨੂੰ ਤੋੜ ਕੇ ਜਿਉਂਦਾ ਹੈ। ਮੋਹ 'ਚ ਉਹਦਾ ਜੀਵਨ ਅਟਕਿਆ ਨਹੀਂ ਰਹਿੰਦਾ ਹੈ। ਜਿਹੜਾ ਬੰਦਾ ਮੋਹ 'ਚ ਫਸਿਆ ਹੈ, ਉਹ ਕੁਰਬਾਨੀ ਨਹੀਂ ਦੇ ਸਕਦਾ। ਜਿਹਨੇ ਮੋਹ ਨੂੰ ਤਿਆਗ ਦਿੱਤਾ, ਉਹ ਹੱਸ ਕੇ ਕੁਰਬਾਨੀ ਦਿੰਦਾ ਹੈ। ਤੇ ਮੋਹ ਨੂੰ ਕੌਣ ਤਿਆਗਦਾ ਹੈ? ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ, ਗੁਰੂ ਦੀ ਸਿੱਖਿਆ ਤੇ ਗੁਰਮਤਿ ਦੇ ਨਾਲ ਜੁੜਿਆ। ਉਹਦੇ ਲਈ
सच उत्तम है, सच दी खातर शरीर कुर्बान करना पवे कोई परवाह नहीं है। सच दी खातर धन संपदा कुर्बान करनी पवे कोई भी ओनू सच तो तोड़न वाला होवे ਉਹਦੇ ਨਾਲ नहीं जुड़दा है, सच ਦੇ ਨਾਲ जुड़िया ਰਹਿੰਦਾ। बाबा बंदा सिंह बहादुर ਉਹਨਾਂ ਦੇ ਸਾਥੀਆਂ ਨੂੰ ਜਦੋਂ गिरफ्तार ਕੀਤਾ ਗਿਆ गुरदास नंगल ਦੀ ਗੜੀ ਚੋਂ, गिरफ्तार करके फिर दिल्ली खड़िया गया। ਉੱਥੇ ਹੁਣ ਇੱਕ ਨੌਜਵਾਨ ਬੱਚਾ ਵੀ ਆ ਉਹਨਾਂ ਦੇ ਨਾਲ। ਰੋਜ਼ 100 ਸਿੰਘਾਂ ਦੀ ਸ਼ਹੀਦੀ ਹੁੰਦੀ ਹੈ ਦਿੱਲੀ ਵਿਖੇ। ਬਹੁਤ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਉਹਨਾਂ ਦੇ ਵਿੱਚ ਇੱਕ ਨੌਜਵਾਨ ਬੱਚਾ ਹੈ। ਇਤਿਹਾਸਕ ਸਰੋਤਾਂ ਨੇ ਕਿਧਰੇ ਬੱਚੇ ਦੀ ਉਮਰ 12 ਸਾਲ ਲਿਖੀ ਹੈ, ਕਿਧਰੇ 17 ਸਾਲ ਵੀ ਲਿਖੀ ਹੈ। ਉਹ ਬੱਚੇ ਦੀ ਮਾਂ ਫਰਖਸ਼ੀਰ ਬਾਦਸ਼ਾਹ ਦੇ ਕੋਲ ਪਹੁੰਚੀ ਕਿ ਮੇਰਾ ਪੁੱਤ ਸਿੱਖ ਨਹੀਂ ਹੈ, ਇਹਨੂੰ ਤੁਸੀਂ ਬਖਸ਼ ਦੇਵੋ। ਫਰਖਸ਼ੀਰ ਕਹਿਣ ਲੱਗਾ ਕੋਈ ਨਾ, ਜੇ ਤੇਰਾ ਬੱਚਾ ਕਬੂਲ ਕਰ ਲਵੇ ਮੈਂ ਸਿੱਖ ਨਹੀਂ ਹਾਂ ਅਸੀਂ ਬਖਸ਼ ਦੇਵਾਂਗੇ, ਸਾਨੂੰ ਕੀ ਹੈ, ਜਿਹੜਾ ਵੀ ਕਹਿ ਦਵੇ ਮੈਂ ਸਿੱਖ ਨਹੀਂ ਅਸੀਂ ਉਹਨੂੰ ਛੱਡ ਦੇਵਾਂਗੇ। ਅਸੀਂ ਤਾਂ ਕਹਿ ਰਹੇ ਹਾਂ ਕਿ ਤੁਸੀਂ ਮੰਨੋ ਅਸੀਂ ਸਿੱਖ ਨਹੀਂ ਹਾਂ। ਪਰ ਇਹ ਇੰਨੇ ਪੱਕੇ ਨੇ ਤਸੀਹੇ ਤੇ ਤਨ ਤੇ ਬਰਦਾਸ਼ਤ ਕਰ ਰਹੇ ਨੇ, ਪਰ ਇਹ ਕੋਈ ਮੰਨਣ ਦੇ ਲਈ ਤਿਆਰ ਨਹੀਂ ਮੈਂ ਗੁਰੂ ਦਾ ਸਿੱਖ ਨਹੀਂ ਹਾਂ। ਸਾਰੇ ਕਹਿੰਦੇ ਮੈਂ ਸਿੱਖ, ਇੱਕ ਦੂਜੇ ਤੋਂ ਅੱਗੇ ਹੋ ਕੇ ਸ਼ਹੀਦੀਆਂ ਦੇਣ ਦੇ ਲਈ ਖਲੋਤੇ ਹਨ। ਬੱਚੇ ਨੂੰ ਸੱਦਿਆ ਗਿਆ ਫਰਖਸ਼ੀਰ ਦੇ ਦਰਬਾਰ 'ਚ। ਔਰੰਗਜ਼ੇਬ ਤੋਂ ਬਾਅਦ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਸੀ ਬਹਾਦਰ ਸ਼ਾਹ, ਤੇ ਬਹਾਦਰ ਸ਼ਾਹ ਤੋਂ ਬਾਅਦ ਇਹ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਸੀ ਫਰਖਸ਼ੀਰ, ਮੁਗਲ ਬਾਦਸ਼ਾਹ। ਉਹਦੇ ਸਾਹਮਣੇ ਉਸ ਬੱਚੇ ਨੂੰ ਲਿਆਂਦਾ ਗਿਆ ਕਿ ਵੇਖ ਤੇਰੀ ਮਾਂ ਤਰਲੇ ਕਰ ਰਹੀ ਹੈ ਕਿ ਮੇਰਾ ਪੁੱਤ ਸਿੱਖ ਨਹੀਂ ਹੈ, ਇਹਦੀ ਜਾਨ ਬਖਸ਼ ਦੇਵੋ। ਬਾਦਸ਼ਾਹ ਨੂੰ ਤੇਰੇ ਤੇ ਤਰਸ ਆਇਆ, ਉਹ ਤੇਰੀ ਜਾਨ ਬਖਸ਼ਣ ਦੇ ਲਈ ਤਿਆਰ ਹੋ ਗਿਆ ਹੈ। ਹੁਣ ਤੂੰ ਬਸ ਇੰਨੇ 2 ਬੋਲ ਬੋਲਣੇ ਹਨ ਕਿ ਮੈਂ ਗੁਰੂ ਦਾ ਸਿੱਖ ਨਹੀਂ ਹਾਂ ਤੇ ਤੇਰੀ ਜਾਨ ਬਖਸ਼ ਦਿੱਤੀ ਜਾਏਗੀ। ਜਦੋਂ ਬੱਚੇ ਨੂੰ ਇਹ ਕਿਹਾ ਗਿਆ, ਬੱਚੇ ਨੇ ਬਾਦਸ਼ਾਹ ਵੱਲ ਵੇਖਿਆ, ਦੂਜੇ ਪਾਸੇ ਖਲੋਤੀ ਆਪਣੀ ਮਾਂ ਵੱਲ ਵੇਖਿਆ, ਤੇ ਉਹ ਕਹਿਣ ਲੱਗਾ ਇਹ ਕੌਣ ਹੈ? ਮੈਂ ਇਸ ਇਸਤਰੀ ਨੂੰ ਨਹੀਂ ਜਾਣਦਾ, ਇਹ ਮੇਰੀ ਮਾਂ ਨਹੀਂ ਹੈ। ਕੌਣ ਕਹਿੰਦਾ ਮੈਂ ਸਿੱਖ ਨਹੀਂ ਹਾਂ? ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਮੇਰੀ ਮਾਂ ਤੇ ਮਾਤਾ ਸਾਹਿਬ ਕੌਰ ਹੈ। ਝੂਠ ਬੋਲਣ ਵਾਲੀ ਮੇਰੀ ਮਾਂ ਨਹੀਂ ਹੋ ਸਕਦੀ ਹੈ। ਮੈਂ ਸਿੱਖ ਹਾਂ, ਜਿੱਥੇ ਮੇਰੇ ਭਰਾਵਾਂ ਨੂੰ ਸ਼ਹੀਦ ਕਰ ਰਹੇ ਜੇ ਮੈਨੂੰ ਵੀ ਉਹਨਾਂ ਦੇ ਨਾਲ ਸ਼ਹੀਦ ਕਰੋ। ਮੈਂ ਵੀ ਸ਼ਹਾਦਤ ਦਾ ਜਾਮ ਪੀ ਕੇ ਗੁਰੂ ਕੀ ਸਿੱਖੀ ਦੀ ਖਾਤਰ ਕੁਰਬਾਨ ਹੋਣਾ ਚਾਹੁੰਦਾ ਹਾਂ। ਹੁਣ ਇਹ ਵੇਖੋ, ਜਿਹਦੇ ਮਨ 'ਚ ਕੋਈ ਮੋਹ ਨਹੀਂ ਰਿਹਾ, ਨਾ ਸਰੀਰ ਦਾ ਮੋਹ। ਮਰਨਾ ਕੋਈ ਸੌਖੀ ਗੱਲ ਨਹੀਂ ਹੈ, ਕਿਉਂਕਿ ਬਹੁਤਾ ਜੀਵਨ ਲੋੜੀਆ ਮੂਆ ਨਾ ਲੋੜਾ ਕੋਏ। ਹਰ ਕੋਈ ਜੀਵਨ ਚਾਹੁੰਦਾ ਹੈ, ਮਰਨਾ ਇੱਥੇ ਕੋਈ ਨਹੀਂ ਚਾਹੁੰਦਾ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਉਹ ਕੈਸੇ ਕਮਾਲ ਦੇ ਸਿੱਖੀ ਦੇ ਆਸ਼ਿਕ ਹੋਣਗੇ ਜਿਹੜੇ ਕਹਿੰਦੇ ਜੀਵਨ ਨਹੀਂ ਚਾਹੀਦਾ, ਸਾਨੂੰ ਮੌਤ ਚਾਹੀਦੀ ਹੈ। ਅਸੀਂ ਸਿੱਖੀ ਤੋਂ ਬੇਮੁਖ ਨਹੀਂ ਹੋਵਾਂਗੇ। ਇਹ ਹੈ ਸਿੱਖੀ ਇਸ਼ਕ ਦੇ ਵਿੱਚ ਕਮਾਲ ਦੀ ਇੰਤਹਾ, ਕਮਾਲ ਦੀ ਇੰਤਹਾ। ਤੇ ਉਹਨਾਂ ਨੂੰ ਫਿਰ ਯਾਦ ਕੀਤਾ ਜਾਂਦਾ ਹੈ ਜਿਹੜੇ ਇੱਦਾਂ ਮੋਹ ਮਮਤਾ ਤੋਂ ਉੱਪਰ ਉੱਠ ਕੇ ਐਨ ਸਿੱਖੀ ਦੇ ਵਿੱਚ ਇੱਕ ਮਿੱਕ ਹੋ ਗਏ। ਉਹਨਾਂ ਦੀ ਤੇ ਕੁਰਬਾਨੀ ਨੂੰ ਰੋਜ਼ ਅਸੀਂ ਯਾਦ ਕਰਕੇ ਤੇ ਸਿੱਖੀ ਸਿੱਖਦੇ ਹਾਂ ਕਿ ਸਿੱਖੀ ਹੈ ਕੀ ਹੈ, ਸਿੱਖੀ ਕੀ ਹੈ। ਜਦੋਂ ਸਾਹਿਬਜ਼ਾਦਿਆਂ ਨੂੰ ਕਿਹਾ ਗਿਆ ਸੀ ਕਿ ਸਿੱਖੀ ਖਤਮ ਕਰ ਦਿੱਤੀ ਹੈ, ਤੁਹਾਡਾ ਪਿਤਾ ਖਤਮ ਕਰ ਦਿੱਤਾ, ਤੁਹਾਡੇ ਭਰਾ ਖਤਮ ਕਰ ਦਿੱਤੇ, ਤੁਹਾਡਾ ਆਨੰਦਪੁਰ ਖਤਮ ਕਰ ਦਿੱਤਾ, ਸਿੱਖੀ ਨਹੀਂ ਰਹੀ ਹੈ। ਤੇ ਸਾਹਿਬਜ਼ਾਦੇ ਕਹਿਣ ਲੱਗੇ ਵਜ਼ੀਰ ਖਾਨ ਤੂੰ ਸਿੱਖੀ ਖਤਮ ਨਹੀਂ ਕਰ ਸਕਦਾ, ਕਿਉਂਕਿ ਤੈਨੂੰ ਪਤਾ ਹੀ ਨਹੀਂ ਹੈ ਸਿੱਖੀ ਕੀ ਹੈ। ਜਿਹਨੂੰ ਸਿੱਖੀ ਦਾ ਪਤਾ ਨਹੀਂ ਹੈ ਸਿੱਖੀ ਕੀ ਹੈ, ਉਹ ਸਿੱਖੀ ਨੂੰ ਖਤਮ ਕੀ ਕਰੇਗਾ। ਸਿੱਖੀ ਖਤਮ ਕਰਨ ਦੇ ਲਈ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਸਿੱਖੀ ਕੀ ਹੈ। ਤੂੰ ਕੀ ਸੋਚਦਾ ਕਿਸੇ ਬੰਦੇ ਨੂੰ ਖਤਮ ਕਰ ਦਿੱਤਾ, ਦੋਵਾਂ ਨੂੰ, ਚਾਰਾਂ ਨੂੰ, ਪੰਜਾਵਾਂ ਨੂੰ ਖਤਮ ਕਰ ਦਿੱਤਾ, ਸਿੱਖੀ ਖਤਮ ਹੋ ਗਈ। ਸਿੱਖੀ ਕਦੇ ਇੱਦਾਂ ਖਤਮ ਹੋਣ ਵਾਲੀ ਚੀਜ਼ ਨਹੀਂ ਹੈ। ਉਹ ਹੈਰਾਨ ਰਹਿ ਗਏ ਬੱਚਿਆਂ ਦੇ ਬੋਲ ਸੁਣ ਕੇ। ਛੋਟੇ ਛੋਟੇ ਬੱਚੇ ਗੱਲਾਂ ਕਿੱਡੀਆਂ ਵੱਡੀਆਂ ਕਰ ਰਹੇ ਨੇ। ਉਹ ਕਿਸੇ ਵਿਦਵਾਨ ਨੇ ਫਿਰ ਬੜੇ ਪਿਆਰੇ ਬੋਲ ਲਿਖੇ, ਜਿਹੜੇ ਬੋਲ ਸਾਹਿਬਜ਼ਾਦਿਆਂ ਨੇ
ਵਜ਼ੀਰ ਖਾਨ ਦੇ ਮੂੰਹ ਤੇ ਮਾਰੇ ਹਨ ਕਿ ਤੂੰ ਕੀ ਸਮਝੇ ਸਿੱਖੀ ਕੀ ਹੈ। ਅਸੀਂ ਦੱਸਦੇ ਹਾਂ ਸਿੱਖੀ ਕਹਿੰਦੇ ਕਿਹਨੂੰ ਹਨ। ਇਹ ਤੱਤੀ ਤਵੀ ਤੇ ਬਹਿੰਦੀ ਹੈ, ਤੱਤੀ ਰੇਤ ਸੀਸ ਵਿੱਚ ਪੈਂਦੀ ਹੈ। ਇਹ ਪਾਠ ਕਰੇ ਗੁਰਬਾਣੀ ਦਾ ਕਦੇ ਸੀ ਨਾ ਮੁਖ ਤੋਂ ਡਿੱਠੀ ਆ। ਇਹ ਸਿੱਖੀ ਹੈ, ਇਹ ਸਿੱਖੀ ਹੈ। ਇੱਕ ਸਰੀਰ ਬਹਿ ਗਿਆ ਤੱਤੀ ਤਵੀ ਤੇ ਸਿੱਖੀ ਦੇ ਰੂਪ ਦੇ ਵਿੱਚ। ਸਰੀਰ ਬੇਸ਼ੱਕ ਖਤਮ ਹੋ ਗਿਆ ਪਰ ਉਹਦੇ ਅੰਦਰ ਵਰਤਦੀ ਸਿੱਖੀ ਖਤਮ ਨਹੀਂ ਹੁੰਦੀ। ਕਿਉਂਕਿ ਸਿੱਖੀ ਕੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖੀ ਤੇ ਗੁਰੂ ਦੀ ਵਿਚਾਰਧਾਰਾ ਹੈ। ਗੁਰੂ ਕੀ ਹੈ? ਗੁਰੂ ਵੀ ਇੱਕ ਸਿਧਾਂਤ ਹੈ। ਜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਜ਼ਾਲਮਾਂ ਨੇ ਤੱਤੀ ਤਵੀ ਤੇ ਬਿਠਾਇਆ, ਉਬਲਦੀ ਦੇਗ 'ਚ ਉਬਾਲਿਆ, ਸਿਰ ਤੇ ਸੜਦੀ ਬਲਦੀ ਰੇਤ ਪਾਈ, ਸਰੀਰ ਭਾਵੇਂ ਖਤਮ ਹੋ ਗਿਆ ਪਰ ਗੁਰੂ ਥੋੜ੍ਹਾ ਖਤਮ ਹੋਇਆ। ਗੁਰੂ ਅਰਜਨ ਸਾਹਿਬ ਤੇ ਅੱਜ ਵੀ ਸਾਡੇ ਝਾਜਰ ਨਾਜਰ ਬੈਠੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ ਧੜ ਤੋਂ ਵੱਖ ਕਰਨ ਵਾਲਿਆਂ ਨੇ ਸੋਚਿਆ ਅਸੀਂ ਗੁਰੂ ਨੂੰ ਖਤਮ ਕਰ ਦਿੱਤਾ ਹੈ, ਪਰ ਕੀ ਗੁਰੂ ਖਤਮ ਹੋ ਗਿਆ? ਕਿ ਗੁਰੂ ਤੇਗ ਬਹਾਦਰ ਖਤਮ ਹੋ ਗਏ? ਗੁਰੂ ਕਦੇ ਖਤਮ ਹੋਣ ਵਾਲਾ ਨਹੀਂ ਹੈ। ਗੁਰੂ ਮਹਾਰਾਜ ਤੇ ਅੱਜ ਵੀ ਸਾਡੇ 'ਚ ਹਾਜ਼ਰ ਨਾਜ਼ਰ ਬੈਠੇ ਹਨ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਜਿਹਨੇ ਮੋਹ ਦੀਆਂ ਤਾਰਾਂ ਨੂੰ ਤੋੜ ਦਿੱਤਾ, ਉਹ ਕਿਸੇ ਨਾ ਤਨ ਦੇ, ਨਾ ਧਨ ਦੇ, ਨਾ ਪਰਿਵਾਰ ਦੇ ਮੋਹ 'ਚ ਪੈਂਦਾ ਹੈ। ਉਹ ਹੱਸ ਕੇ ਕੁਰਬਾਨੀ ਦਿੰਦਾ, ਕਿਉਂਕਿ ਜਿੱਥੇ ਮੋਹ ਹੈ ਉੱਥੇ ਕੁਰਬਾਨੀ ਨਹੀਂ ਹੈ, ਜਿੱਥੇ ਪ੍ਰੇਮ ਹੈ ਉੱਥੇ ਕੁਰਬਾਨੀ। ਇਸੇ ਕਰਕੇ ਗੁਰੂ ਨਾਨਕ ਜੀ ਨੇ ਕਿਹਾ ਕਿ ਇਹ ਰਸਤਾ ਮੋਹ ਦਾ ਰਸਤਾ ਨਹੀਂ ਹੈ, ਇਹ ਰਸਤਾ ਪ੍ਰੇਮ ਦਾ ਰਸਤਾ ਹੈ। ਅਸੀਂ ਚੱਲਦੇ ਜ਼ਰੂਰ ਹਾਂ ਪਰ ਸਾਡਾ ਅਸਲ ਦੇ ਵਿੱਚ ਸਿੱਖੀ ਦੇ ਰਸਤੇ 'ਤੇ ਚੱਲਣਾ ਵੀ ਅਜੇ ਮੋਹ ਦੇ ਰਸਤੇ 'ਤੇ ਚੱਲਣਾ ਹੈ। ਕਿਉਂਕਿ ਅਸੀਂ ਗੁਰੂ ਕੋਲ ਆ ਕੇ ਕੀ ਮੰਗਦੇ ਹਾਂ? ਸਾਨੂੰ ਸਰੀਰਕ ਸੁੱਖ ਮਿਲਣ, ਸਾਨੂੰ ਪਰਿਵਾਰਕ ਸੁੱਖ ਮਿਲਣ, ਸਾਨੂੰ ਆਰਥਿਕ ਸੁੱਖ ਮਿਲਣ। ਇਹ ਚੀਜ਼ਾਂ ਅਜੇ ਮੋਹ ਦੇ ਰਸਤੇ ਤੇ ਲੋਭ ਦੇ ਰਸਤੇ ਤੇ ਚੱਲ ਕੇ ਮੰਗੀਆਂ ਜਾਣ ਵਾਲੀਆਂ ਮੰਗਾਂ ਹਨ। ਜਿਹੜੇ ਗੁਰੂ ਦੇ ਪ੍ਰੇਮ ਦੇ ਰਸਤੇ ਤੇ ਚੱਲਦੇ ਹਨ ਉਹਨਾਂ ਦੀ ਤੇ ਮੰਗ ਹੀ ਵੱਖਰੀ ਹੈ, ਉਹਨਾਂ ਦਾ ਤੇ ਜਿਉਣਾ ਹੀ ਵੱਖਣਾ। ਉਹ ਤੇ ਸਿਰ ਧਰ ਤਲੀ ਗਲੀ ਮੇਰੀ ਆਓ ਦੇ ਰਸਤੇ ਤੇ ਚੱਲਦੇ ਹਨ। ਖੈਰ ਕਬੀਰ ਸਾਹਿਬ ਕਹਿੰਦੇ ਜਦੋਂ ਬੰਦਾ ਵਾਹਿਗੁਰੂ ਦੇ ਨਾਮ, ਗੁਰੂ ਦੇ ਉਪਦੇਸ਼, ਪਰਮਾਤਮਾ ਦੇ ਸਿਮਰਨ ਦੇ ਰਸਤੇ ਤੇ ਤੁਰਦਾ ਹੈ, ਫਿਰ ਉਹਦੇ ਜੀਵਨ 'ਚੋਂ ਜਿਹੜਾ ਮੋਹ ਦਾ ਵਾਜਾ ਹੈ ਉਹ ਵਾਜਾ ਟੁੱਟ ਜਾਂਦਾ, ਉਹਦੀਆਂ ਤਾਰਾਂ ਟੁੱਟ ਜਾਂਦੀਆਂ ਹਨ। ਕਬੀਰ ਜੋ ਹਮ ਜੰਤ ਬਜਾਵਤੇ, ਟੂਟ ਗਈ ਸਭ ਤਾਰ, ਜੰਤ ਵਿਚਾਰਾ ਕਿਆ ਕਰੈ, ਚੱਲੇ ਬਜਾਵਣ ਹਾਰ। ਕਹਿੰਦੇ ਅੰਦਰ ਦੇ ਮੋਹ ਦੇ ਵਾਜੇ ਵਿਚਾਰੇ ਨੇ ਕੀ ਕਰਨਾ ਹੈ? ਸੱਚ ਇਹ ਹੈ, ਇਹ ਮੋਹ ਦਾ ਵਾਜਾ ਵਜਾਉਣ ਵਾਲਾ ਸਰੀਰ ਵੀ ਇੱਕ ਦਿਨ ਚਲਿਆ ਜਾਂਦਾ ਹੈ। ਸਰੀਰ ਦਾ ਮੋਹ ਹੈ, ਮਨ ਅੰਦਰ ਮੋਹ ਤਾਂ ਮੁੱਕਦਾ ਹੀ ਹੈ। ਵਾਹਿਗੁਰੂ ਦੇ ਨਾਮ, ਪਰਮਾਤਮਾ ਦੇ ਸਿਮਰਨ ਤੇ ਸੱਚ ਦੇ ਨਾਲ ਜੁੜਨ ਸਦਕਾ ਸਾਰੇ ਹੀ ਤਰ੍ਹਾਂ ਦੇ ਵਿਕਾਰਾਂ ਤੋਂ ਮੁਕਤੀ ਮਿਲਦੀ ਹੈ। ਕਬੀਰ ਸਾਹਿਬ ਕਹਿੰਦੇ ਚੱਲੇ ਬਜਾਵਣ ਹਾਰ। ਇਹ ਜਿਹੜਾ ਸਰੀਰ ਹੈ ਜਾਂ ਜਿਹੜੇ ਅਸੀਂ ਜ਼ੁਬਾਨ ਤੋਂ ਬੋਲਦੇ ਹਾਂ, ਤਰ੍ਹਾਂ ਤਰ੍ਹਾਂ ਦੇ ਸਾਜ਼ ਵਾਜੇ ਲੋਕ ਵਜਾਉਂਦੇ ਹਨ, ਕੀ ਹੁੰਦਾ ਹੈ? ਇੱਕ ਦਿਨ ਸਾਜ਼ ਵੀ ਮੁੱਕਦੇ ਨੇ ਤੇ ਸਾਜ਼ ਵਜਾਉਣ ਵਾਲੇ ਵੀ ਮੁੱਕ ਜਾਂਦੇ ਹਨ। ਕਬੀਰ ਸਾਹਿਬ ਦਾ ਇੱਕ ਜਗ੍ਹਾ ਤੇ ਬੜਾ ਪਿਆਰਾ ਬਚਨ ਹੈ, ਕਹਿੰਦੇ ਬਾਬਾ ਬੋਲਤੇ ਤੇ ਕਹਾਂ ਗਏ। ਜੋ ਬੋਲਦਾ ਸੀ ਹੁਣ ਕਿੱਥੇ ਗਿਆ ਹੈ? ਜਿਹੜਾ ਅੰਦਰ ਤੋਂ ਬੋਲਣ ਵਾਲਾ ਸੀ, ਹੁਣ ਮਨੁੱਖ ਦੀ ਮੌਤ ਹੁੰਦੀ ਹੈ, ਉਹਦੇ ਕਾਰਨ ਵੱਖਰੇ ਵੱਖਰੇ ਕਹਿ ਦਿੱਤੇ ਜਾਂਦੇ, ਜੀ ਇਹਦਾ ਹਾਰਟ ਫੇਲ ਹੋ ਗਿਆ ਜਾਂ ਕੋਈ ਹੋਰ ਇੱਦਾਂ ਦਾ ਕਾਰਨ। ਪਰ ਇਕੱਲਾ ਹਾਰਟ ਹੀ ਫੇਲ ਨਹੀਂ ਹੁੰਦਾ, ਅੱਖਾਂ ਵੀ ਫੇਲ ਹੋ ਗਈਆਂ, ਜ਼ੁਬਾਨ ਵੀ ਫੇਲ। ਗੱਲ ਇਹ ਹੈ ਜਦੋਂ ਵਾਹਿਗੁਰੂ ਨੇ ਆਤਮਾ ਨੂੰ ਸਰੀਰ 'ਚੋਂ ਖਿੱਚ ਲਿਆ, ਸਭ ਤੋਂ ਪਹਿਲਾਂ ਜਿਹੜੀ ਚੀਜ਼ ਅੰਦਰ ਦੀ ਬੰਦ ਹੋਈ, ਡਾਕਟਰਾਂ ਨੇ ਤੇ ਉਸ ਹਿਸਾਬ ਦੇ ਨਾਲ ਕਹਿ ਦਿੱਤਾ ਜੀ ਆਹ ਚੀਜ਼ ਬੰਦ ਹੋ ਗਈ ਤਾਂ। ਪਰ ਅਸਲ 'ਚ ਮਹਾਰਾਜ ਕਹਿੰਦੇ ਉਹ ਕਾਰਨ ਸੀ ਅੰਦਰ ਤੋਂ। ਜਦੋਂ ਵਾਹਿਗੁਰੂ ਨੇ ਆਪਣੀ ਜੋਤ ਹੀ ਖਿੱਚ ਲਈ ਤੇ ਉਹਦੀ ਜੋਤ ਤੋਂ ਬਿਨਾਂ ਸਰੀਰ ਨੇ ਕਿੱਥੋਂ ਚੱਲਣਾ ਸੀ? ਅੱਖਾਂ ਵੇਂਦੀਆਂ ਸਨ ਕਿਉਂਕਿ ਅੰਦਰ ਜੋਤ, ਕੰਨ ਸੁਣਦੇ ਸਨ ਅੰਦਰ ਜੋਤ। ਹੁਣ ਆਪਾਂ ਡਾਕਟਰ ਦੇ ਕੋਲ ਜਾਂਦੇ ਹਾਂ, ਅੱਖਾਂ ਵਿਖਾਉਂਦੇ ਕਿਸੇ ਨੂੰ ਬਹੁਤ ਘੱਟ ਦਿਸਦਾ ਹੋਵੇ, ਬਹੁਤ ਜ਼ਿਆਦਾ। ਹੁਣ ਆਮ ਸਧਾਰਨ ਤੇ ਅਸੀਂ ਐਨਕ ਲਵਾਉਂਦੇ ਹਾਂ ਤੇ ਉਹ ਪ੍ਰੋਪਰ ਦਿਸਣਾ ਸ਼ੁਰੂ ਹੋ ਜਾਂਦਾ ਹੈ। ਪਰ ਜਿਹਨੂੰ ਨਾ ਮਾਤਰ ਦਿਸਦਾ ਹੋਵੇ, ਫਿਰ ਡਾਕਟਰ ਉਹਨੂੰ ਕਹਿੰਦੇ ਜੇ ਤੇ ਅੰਦਰ ਜੋਤ ਹੋਏਗੀ ਫਿਰ ਤੇ ਅੱਗੇ ਕੋਈ ਨਾ ਕੋਈ ਟ੍ਰੀਟਮੈਂਟ ਕੀਤਾ ਜਾ ਸਕਦਾ ਹੈ, ਆਪਰੇਸ਼ਨ ਜਾਂ ਐਨਕ ਜਾਂ ਜੋ ਵੀ ਸਾਧਨ, ਲੈਂਸ ਆਦਿਕ।
ਤੇ ਜੇ ਪਿੱਛੇ ਜੋਤ ਨਾ ਰਹੀ ਤਾਂ ਫਿਰ ਕੁਝ ਨਹੀਂ ਹੋ ਸਕਦਾ। ਹੁਣ ਉਹ ਅੱਖਾਂ ਤੇ ਮੌਜੂਦ ਹਨ, ਪਰ ਉਹ ਅੰਦਰੋਂ ਦੇਖਣ ਵਾਲੀ ਜਿਹੜੀ ਜੋਤ ਹੈ ਉਹ ਨਹੀਂ ਹੈ। ਕੰਨ ਤਾਂ ਹਨ, ਜਿਹਨੂੰ ਬੋਲਾ ਨਹੀਂ ਵੀ ਸੁਣਦਾ ਹੈ, ਕੰਨ ਤੇ ਉਹਦੇ ਸਰੀਰ ਤੇ ਵੀ ਲੱਗੇ, ਜਿਹੜਾ ਨਹੀਂ ਬੋਲ ਪਾਉਂਦਾ ਜ਼ੁਬਾਨ ਤੇ ਉਹਦੇ ਮੂੰਹ 'ਚ ਵੀ ਹੈ, ਪਰ ਉਹ ਅੰਦਰ ਦੀ ਜਿਹੜੀ ਬੋਲਣ ਵਾਲੀ ਤਾਕਤ ਹੈ ਉਹ ਨਹੀਂ ਹੈ। ਇੱਦਾਂ ਜਦੋਂ ਅੰਦਰ ਤੋਂ ਵਾਹਿਗੁਰੂ ਦੀ ਜੋਤ ਚਲੀ ਜਾਂਦੀ ਹੈ ਤੇ ਫਿਰ ਸਰੀਰ ਦੇ ਇੰਦਰੀਆਂ ਦੇ ਵਿੱਚ ਵੀ ਉਹ ਜਿਹੜੀ ਸਮਰੱਥਾ ਹੈ ਉਹ ਖਤਮ ਹੋ ਜਾਂਦੀ। ਕਬੀਰ ਸਾਹਿਬ ਕਹਿੰਦੇ ਜੰਤ ਵਿਚਾਰਾ ਕਿਆ ਕਰੇ ਚੱਲੇ ਵਜਾਵਣ ਹਾਰ। ਜਦੋਂ ਅੰਦਰੋਂ ਵਜਾਉਣ ਵਾਲੀ ਆਤਮਾ ਹੀ ਚਲੀ ਗਈ ਤੇ ਫਿਰ ਬਾਹਰ ਦੇ ਵਾਜੇ ਸਰੀਰ ਦੇ ਇਹਨਾਂ ਇੰਦਰੀਆਂ ਨੇ ਕੀ ਵੱਜਣਾ ਹੈ, ਕੀ ਬੋਲਣਾ ਹੈ। ਅੱਗੇ 104 ਨੰਬਰ ਸ਼ਲੋਕ 'ਚ ਕਬੀਰ ਸਾਹਿਬ ਫਰਮਾਨ ਕਰਦੇ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਹੁਣ ਗੁਰੂ ਕੋਲ ਆਪਾਂ ਆਉਂਦੇ ਹਾਂ, ਉਹਦਾ ਕਾਰਨ ਹੈ ਇੱਕ ਤੇ ਗੁਰੂ ਕੋਲੋਂ ਆਪਾਂ ਗੁਰਮਤਿ ਗਿਆਨ ਲੈਣਾ ਹੈ, ਆਪਣੇ ਜੀਵਨ ਦਾ ਅਗਿਆਨਤਾ ਦਾ ਹਨੇਰਾ ਖਤਮ, ਕਿਉਂਕਿ ਗਿਆਨ ਦਾ ਪ੍ਰਕਾਸ਼ ਹੋਵੇਗਾ ਤੇ ਹਨੇਰਾ ਮੁੱਕ ਜਾਏਗਾ। ਕਮਰੇ 'ਚ ਆਪਾਂ ਲਾਈਟ ਜਗਾਉਂਦੇ ਹਾਂ, ਲਾਈਟ ਜਗ ਗਈ, ਹਨੇਰਾ ਹੋ ਗਿਆ, ਖਤਮ। ਤੇ ਜਿਹੜੀ ਲਾਈਟ ਆਪਾਂ ਜਗਾਈਏ, ਬਲਬ ਜਗ ਗਿਆ, ਪਰ ਹਨੇਰਾ ਉਸੇ ਤਰ੍ਹਾਂ ਜਗ ਤਾਂ ਰਹੀ ਹੈ, ਬਹੁਤ ਮੱਧਮ ਜਗ ਰਹੀ ਹੈ। ਕਈ ਵਾਰ ਬਲਬ ਤੇ ਬਹੁਤ ਮਿੱਟੀ ਘੱਟਾ ਜੰਮ ਜਾਂਦਾ ਹੈ, ਕਿੰਨੇ ਸਾਲਾਂ ਤੋਂ ਕਮਰਾ ਬੰਦ ਪਿਆ, ਅੰਦਰ ਬਲਬ ਤੇ ਹੈ ਮਿੱਟੀ ਘੱਟਾ ਧੂੜ ਇੰਨੀ ਜੰਮ ਗਈ, ਔਨ ਕਰ ਦਿੱਤਾ, ਪਰ ਉਹਦਾ ਪ੍ਰਕਾਸ਼ ਇੰਨਾ ਨਹੀਂ ਕਿ ਕਮਰੇ ਨੂੰ ਐਨ ਰੋਸ਼ਨ ਕਰ ਸਕੇ। ਫਿਰ ਸਾਨੂੰ ਜਾਂ ਬਲਬ ਬਦਲਣਾ ਪੈਂਦਾ ਜਾਂ ਬਲਬ ਸਾਫ਼ ਕਰਨਾ ਪੈਂਦਾ, ਕਿਉਂਕਿ ਉਹ ਲਾਈਟ ਤਾਂ ਹੈ ਹਨੇਰਾ ਖਤਮ ਹੋਵੇ, ਤੇ ਜਿਹੜੀ ਲਾਈਟ ਜਿਹੜਾ ਟਿਊਬ ਬਲਬ ਕਮਰੇ ਦਾ ਹਨੇਰਾ ਹੀ ਖਤਮ ਨਹੀਂ ਕਰ ਰਹੀ, ਉਹ ਕਿਸ ਕੰਮ ਦੀ। ਹੁਣ ਗੁਰੂ ਕੋਲ ਅਸੀਂ ਆਉਂਦੇ ਹਾਂ ਆਪਣੇ ਜੀਵਨ ਦਾ ਹਨੇਰਾ ਖਤਮ ਕਰਨ ਦੇ ਲਈ, ਜੀਵਨ ਦੇ ਵਹਿਮ ਭਰਮ ਖਤਮ ਕਰਨ ਦੇ ਲਈ, ਅਗਿਆਨਤਾ ਖਤਮ ਕਰਨ ਦੇ ਲਈ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਤੇ ਜਿਹੜੇ ਗੁਰੂ ਦੇ ਗਿਆਨ 'ਚ ਇੰਨੀ ਤਾਕਤ ਹੀ ਨਾ ਹੋਵੇ ਉਹ ਸਿੱਖ ਦੇ ਜੀਵਨ ਦਾ ਹਨੇਰਾ ਖਤਮ ਕਰ ਸਕੇ, ਉਹ ਗੁਰੂ ਕਾਹਦਾ ਗੁਰੂ ਹੈ। ਮਹਾਰਾਜ ਕਹਿੰਦੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਗੁਰੂ ਉਹ ਜਿਹਨੂੰ ਮਿਲ ਕੇ ਜਿਹਦੀ ਸ਼ਰਨ 'ਚ ਆ ਕੇ ਜੀਵਨ ਹੋ ਗਿਆ ਆਨੰਦ ਭਰਪੂਰ। ਮਨ ਕੀ ਦੁਬਿਧਾ ਬਿਨਸ ਜਾਏ ਹਰ ਪਰਮ ਪਦ ਲਈਐ। ਤੇ ਮਨ ਦੀ ਦੁਬਿਧਾ ਮੁੱਕ ਜਾਏ, ਭਰਮ ਮੁੱਕ ਜਾਏ, ਜੀਵਨ ਆਨੰਦ ਪਰਮ ਆਨੰਦ ਤੱਕ ਪਹੁੰਚ ਜਾਏ। ਪਹਿਲਾਂ ਕੀ ਹੁੰਦਾ ਸੀ, ਹਰ ਘਰ ਦੇ ਆਪਣੇ ਆਪਣੇ ਕੁੱਲ ਗੁਰੂ ਹੁੰਦੇ ਸਨ। ਬ੍ਰਾਹਮਣਾਂ ਨੂੰ ਉਹਨਾਂ ਨੇ ਗੁਰੂ ਧਾਰਨ ਕੀਤਾ ਹੁੰਦਾ ਸੀ, ਤੇ ਜੋ ਪੁੱਛਣਾ ਬ੍ਰਾਹਮਣ ਪੰਡਤ ਜੀ ਦੇ ਕੋਲੋਂ ਪੁੱਛ ਕੇ ਕਰਮ ਕਰਨਾ। ਬੱਚਾ ਹੋਇਆ ਤਾਂ, ਵਿਆਹ ਕਰਨਾ ਤਾਂ, ਕੋਈ ਸਫ਼ਰ ਕਰਨਾ ਤਾਂ, ਇੱਦਾਂ ਫਿਰ। ਤੇ ਉਹ ਜਿਹੜੇ ਕੁੱਲ ਗੁਰੂ ਪੰਡਤ ਆਦਿਕ ਹੁੰਦੇ ਸਨ, ਉਹਨਾਂ ਨੇ ਵੀ ਕੀ ਕਰਨਾ, ਕਿਉਂਕਿ ਉਹਨਾਂ ਨੇ ਆਪਣੀ ਦੁਕਾਨਦਾਰੀ ਕੰਮਕਾਰ ਵੀ ਚਲਾਉਣਾ ਸੀ, ਤੇ ਉਹ ਕੰਮਕਾਰ ਫਿਰ ਉਹ ਵਹਿਮਾਂ ਭਰਮਾਂ ਦੇ ਵਿੱਚ ਲੋਕਾਂ ਨੂੰ ਪਾ ਕੇ ਉਲਝਾ ਕੇ ਹੀ ਆਪਣਾ ਕੰਮ ਚਲਾਉਂਦੇ ਸਨ। ਜੀ ਹੁਣ ਤੇ ਤੁਹਾਡੇ ਤੇ ਆਹ ਗ੍ਰਹਿ ਭਾਰੂ ਹੈ, ਤੇ ਹੁਣ ਤੁਹਾਡੇ ਤੇ ਆਹ ਸਾੜ ਸਤੀ ਭਾਰੂ ਹੈ, ਤੇ ਆਹ ਪੂਜਾ ਕਰਨਾ ਪਵੇਗੀ, ਆਹ ਪਾਠ ਕਰਨਾ, ਆਹ ਉਪਚਾਰ ਕਰਨਾ ਪਏਗਾ। ਇੱਦਾਂ ਫਿਰ ਉਹ ਉਹਨਾਂ ਨੂੰ ਉਲਝਾਈ ਰੱਖਦੇ ਸਨ ਤੇ ਆਪਣਾ ਕੰਮ ਚਲਾਈ ਰੱਖਦੇ ਸਨ। ਕਬੀਰ ਸਾਹਿਬ ਨੇ ਇੱਦਾਂ ਦੇ ਬੜੇ ਲੋਕ ਬਨਾਰਸ 'ਚ ਵੇਖੇ, ਜਿਨ੍ਹਾਂ ਤੇ ਮੰਨਣ ਵਾਲਿਆਂ ਨੂੰ ਤੇ ਬੜਾ ਭਰੋਸਾ ਹੁੰਦਾ ਸੀ, ਪਰ ਜਿਹਦੇ ਤੇ ਉਹ ਭਰੋਸਾ ਕਰਦੇ ਸਨ, ਜਿਹਨੂੰ ਉਹ ਲੋਕ ਆਪਣਾ ਗੁਰੂ ਮੰਨ ਕੇ ਬੈਠੇ ਸਨ, ਉਹ ਭਰਮ ਖਤਮ ਨਹੀਂ ਸੀ ਕਰ ਰਿਹਾ, ਉਹ ਤੇ ਭਰਮ ਫੈਲਾ ਰਿਹਾ ਸੀ, ਉਹ ਤੇ ਭਰਮ ਫੈਲਾ ਰਿਹਾ ਸੀ। ਤੇ ਕਬੀਰ ਸਾਹਿਬ ਨੂੰ ਫਿਰ ਕਹਿਣਾ ਪਿਆ ਕਿ ਐਸੇ ਗੁਰੂ ਦੀ ਤੇ ਮਾਂ ਦਾ ਹੀ ਮੁੰਡਨ ਕਰ ਦੇਣਾ ਚਾਹੀਦਾ ਹੈ, ਜਿਹੜੇ ਗੁਰੂ ਤੋਂ ਭਰਮ ਖਤਮ ਨਹੀਂ ਹੁੰਦਾ। ਭਾਵ ਉਹਨੇ ਇੱਦਾਂ ਦੀ ਔਲਾਦ ਨੂੰ ਜਨਮ ਦਿੱਤਾ। ਕੀ ਦਿੱਤਾ? ਜਿਹੜਾ ਗੁਰੂ ਤਾਂ ਬਣ ਕੇ ਬਹਿ ਗਿਆ, ਪਰ ਗੁਰੂ ਵਾਲਾ ਗੁਣ ਉਹਦੇ 'ਚ ਇੱਕ ਵੀ ਨਹੀਂ ਹੈ, ਇੱਕ ਵੀ ਗੁਣ ਨਹੀਂ ਹੈ। ਤੇ ਕਬੀਰ ਸਾਹਿਬ ਕਹਿੰਦੇ ਇੱਦਾਂ ਦੇ ਲੋਕ ਆਪ ਤੇ ਵਹਿਮਾਂ ਭਰਮਾਂ ਦੇ ਵਿੱਚ ਫਸ ਕੇ ਡੁੱਬਦੇ ਹੀ ਡੁੱਬਦੇ ਹਨ। ਜਿਹੜੇ ਉਹਨਾਂ ਨੂੰ ਮੰਨਣ ਵਾਲੇ, ਉਹਨਾਂ ਦੇ ਪੈਰੋਕਾਰ ਹੁੰਦੇ ਨੇ, ਉਹਨਾਂ ਨੂੰ ਵੀ ਡੋਬ ਸੁੱਟਦੇ ਹਨ। ਆਪ ਡੁੱਬੇ ਚੋਂ ਵੇਦ ਮੈਂ ਚੇਲੇ ਦੀਏ ਬਹਾਏ। ਆਪ ਡੁੱਬੇ, ਚੇਲਿਆਂ ਨੂੰ ਵੀ ਡੋਬ ਦਿੱਤਾ, ਕਿਉਂਕਿ ਨਾ ਆਪਣੇ ਜੀਵਨ ਦਾ ਭਰਮ ਖਤਮ ਕਰ ਸਕੇ, ਨਾ ਦੂਜੇ ਦੇ ਮੰਨਣ ਵਾਲੇ ਚੇਲਿਆਂ ਦੇ ਜੀਵਨ ਦਾ ਭਰਮ ਖਤਮ ਕਰ ਸਕੇ। ਪੂਰੇ ਗੁਰੂ ਦੀ ਇਹ ਵਡਿਆਈ ਹੈ। ਗੁਰੂ ਜੀਵਨ ਦੇ ਭਰਮਾਂ ਨੂੰ, ਭੁਲੇਖਿਆਂ ਨੂੰ, ਅਗਿਆਨਤਾ ਨੂੰ ਖਤਮ। ਗੁਰੂ ਨਾਨਕ ਮਹਾਰਾਜ ਨੇ ਜਿਹੜਾ ਭਾਈ ਗੁਰਦਾਸ ਸਾਹਿਬ ਦੇ ਕਹਿਣੇ ਮੁਤਾਬਕ
ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲਕਾਈ। ਹੁਣ ਗੁਰੂ ਤਾਂ ਬੜੇ ਬੈਠੇ ਸਨ, ਪਰ ਫਿਰ ਵੀ ਸੱਚਾ ਗਿਆਨ ਦੇਣ ਵਾਲੇ ਗੁਰੂ ਦੀ ਘਾਟ ਸੀ। ਉਹਦੇ ਤੋਂ ਬਿਨਾਂ ਅਗਿਆਨਤਾ ਦਾ ਘੁੱਪ ਹਨੇਰਾ ਛਾਇਆ ਪਿਆ ਸੀ। ਉਹ ਫਿਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਜਗਤ ਅੰਦਰ ਗੁਰਮਤ ਦਾ, ਸੱਚ ਦਾ, ਧਰਮ ਦਾ ਪ੍ਰਸਾਰ ਕੀਤਾ। ਹਨੇਰਾ ਜਿਹੜਾ ਛਾਇਆ ਪਿਆ ਸੀ ਉਹਨੂੰ ਰੱਬੀ ਗਿਆਨ ਦੇ ਨਾਲ ਉਹਨਾਂ ਨੇ ਖਤਮ ਕੀਤਾ। ਤੇ ਭਾਈ ਗੁਰਦਾਸ ਸਾਹਿਬ ਜਿੱਥੇ ਤੇ ਗੁਰੂ ਨਾਨਕ ਜੀ ਦੇ ਜਨਮ ਦੀ ਗੱਲ ਆਈ, ਉੱਥੇ ਭਾਈ ਗੁਰਦਾਸ ਸਾਹਿਬ ਨੇ ਬਚਨ ਕੀਤਾ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਅਕਾਲ ਪੁਰਖ ਵਾਹਿਗੁਰੂ ਨੇ ਜੀਵਾਂ ਦੀ ਪੁਕਾਰ ਸੁਣੀ, ਗੁਰੂ ਨਾਨਕ ਜੀ ਨੂੰ ਸੰਸਾਰ ਅੰਦਰ ਭੇਜਿਆ। ਤੇ ਜਦੋਂ ਗੁਰੂ ਨਾਨਕ ਮਹਾਰਾਜ ਨੇ ਰੱਬੀ ਗਿਆਨ ਸਦਕਾ ਜੀਵਾਂ ਦੇ ਜੀਵਨ 'ਚੋਂ ਅਗਿਆਨਤਾ ਦਾ ਹਨੇਰਾ ਖਤਮ ਕੀਤਾ, ਸਾਰੇ ਪਾਸੇ ਗੁਰੂ ਨਾਨਕ ਮਹਾਰਾਜ ਜੀ ਦੀ ਜੈ ਜੈਕਾਰ ਹੋਈ। ਘਰ ਘਰ ਬਾਬਾ ਗਾਵੀਆ ਵਾਲੀ ਕਲਾ ਜਦੋਂ ਵਰਤੀ, ਉਹਨੂੰ ਫਿਰ ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਹੁਣ ਗੁਰੂ ਨਾਨਕ ਪ੍ਰਗਟ ਹੋਏ ਜੇ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਇਹ ਸਮਝਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇ ਸਰੀਰ ਦਾ ਜਨਮ ਹੋਣਾ ਗੁਰੂ ਨਾਨਕ ਜੀ ਦਾ ਪ੍ਰਗਟ ਹੋਣਾ ਨਹੀਂ ਹੈ। ਜਦੋਂ ਨਾਨਕ ਧਾਰੀ ਵਿਚਾਰਧਾਰਾ ਜਗਤ ਅੰਦਰ ਪ੍ਰਗਟ ਹੋਈ ਹੈ, ਨਾਨਕ ਪੰਥੀ ਵਿਚਾਰਧਾਰਾ, ਉਦੋਂ ਗੁਰੂ ਨਾਨਕ ਪ੍ਰਗਟ ਹੋਏ। ਜਦੋਂ ਘਰ ਘਰ ਬਾਣੀ ਦਾ ਪ੍ਰਕਾਸ਼ ਹੋਇਆ, ਜਿਹੜੇ ਪਹਿਲਾਂ ਵਹਿਮਾਂ ਭਰਮਾਂ 'ਚ ਪੰਡਤਾਂ ਦੇ ਪਿੱਛੇ ਫਿਰਦੇ ਸਨ, ਜਦੋਂ ਸੱਚ ਨਾਮ ਦੇ ਨਾਲ ਜੁੜ ਗਏ, ਫਿਰ ਗੁਰੂ ਨਾਨਕ ਜੀ ਦਾ ਪ੍ਰਕਾਸ਼ ਹੋਇਆ, ਗੁਰੂ ਨਾਨਕ ਜੀ ਦੀ ਵਿਚਾਰਧਾਰਾ ਪ੍ਰਗਟ ਹੋਈ। ਜਿਹੜੇ ਵਹਿਮਾਂ 'ਚ ਫਸੇ ਪਏ ਨੇ, ਕਬੀਰ ਜੀ ਕਹਿੰਦੇ ਉਹ ਆਪ ਵੀ ਡੁੱਬਦੇ ਜੇ, ਆਪਣੇ ਚੇਲਿਆਂ ਨੂੰ ਵੀ ਡੋਬਦੇ ਨੇ। ਸੋ ਅੱਜ ਦੇ ਸੰਦਰਭ ਦੇ ਵਿੱਚ ਵੀ ਆਪਾਂ ਪੂਰੇ ਗੁਰੂ ਦੇ ਨਾਲ ਜੁੜਨਾ ਹੈ। ਜਿਹੜੇ ਗੁਰੂ ਨੂੰ ਛੱਡ ਕੇ ਦੇਹਧਾਰੀਆਂ ਡੰਬੀਆਂ ਪਖੰਡੀਆਂ ਦੇ ਪਿੱਛੇ ਲੱਗੇ ਰਹਿੰਦੇ, ਤੇ ਫਿਰ ਕੀ ਹੁੰਦਾ? ਗੁਰੂ ਬੈਠੇ ਨੇ ਜੇਲ੍ਹਾਂ 'ਚ ਤੇ ਚੇਲੇ ਭਟਕਦੇ ਫਿਰਦੇ ਹਨ। ਕੋਈ ਫਰਿੱਜਾਂ 'ਚ ਬੈਠਾ, ਕੋਈ ਜੇਲ੍ਹਾਂ 'ਚ ਬੈਠਾ ਹੋਇਆ। ਇੱਦਾਂ ਦੇ ਕੱਚਿਆਂ ਦੇ ਮਗਰ ਨਹੀਂ ਲੱਗਣਾ, ਪੂਰੇ ਤੇ ਸੱਚੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੈ। ਜਿਹੜਾ ਆਪ ਜੁੜਿਆ ਸਾਨੂੰ ਜੋੜਨ ਵਾਲਾ, ਜਿਹੜਾ ਆਪ ਮੁਕਤ ਕਰੈ, ਸੰਸਾਰ ਦੀ ਸਮਰੱਥਾ ਰੱਖਦਾ ਹੈ। ਅੱਗੇ 105 ਨੰਬਰ ਸ਼ਲੋਕ 'ਚ ਕਬੀਰ ਸਾਹਿਬ ਫਰਮਾਨ ਕਰਦੇ, ਕਬੀਰ ਜੇਤੇ ਪਾਪ ਕੀਏ ਰਾਖੇ ਤੱਲੇ ਦੁਰਾਏ। ਕਬੀਰ ਸਾਹਿਬ ਕਹਿੰਦੇ ਬੰਦਾ ਪਾਪ ਕਰਦਾ ਹੈ ਤੇ ਲੁਕਾ ਕੇ ਰੱਖਦਾ, ਭਾਵ ਪਰਦਾ ਰੱਖਦਾ ਹੈ ਗੁਨਾਹਾਂ ਦਾ। ਕਿਉਂਕਿ ਪਰਦਾ ਕਿੱਥੇ ਰੱਖਣਾ? ਚੰਗਾ ਕੰਮ ਬੰਦਾ ਕਰੇ, ਰੁਪਈਏ 10 ਵੀ ਕਿਸੇ ਨੂੰ ਦਾਨ ਕਰੇ ਤੇ ਬੰਦਾ ਸਭ ਨੂੰ ਦੱਸਦਾ ਮੈਂ ਦਾਨ ਕੀਤਾ ਹੈ। ਤੇ ਜੇ 10 ਵੀ ਚੋਰੀ ਕੀਤੇ ਨੇ ਤੇ ਲੁਕਾ ਕੇ ਕਰੇਗਾ, ਪਤਾ ਨਾ ਲੱਗੇ। ਲੁਕਾਉਣਾ ਕਿਹਨੂੰ ਪੈਂਦਾ? ਫੁੱਲ ਖਿੜਿਆ ਹੈ ਬੜਾ ਸੋਹਣਾ, ਉਹਨੂੰ ਪਰਦਾ ਨਹੀਂ ਕਰਨਾ ਪੈਂਦਾ ਹੈ, ਗੰਦਗੀ ਨੂੰ ਲੁਕਾਉਣਾ ਪੈਂਦਾ ਹੈ। ਗੰਦਗੀ ਤੇ ਪਰਦਾ ਕਰਨਾ ਪੈਂਦਾ ਹੈ। ਧਰਮ ਬੰਦਾ ਕਮਾਵੇ, ਕੋਈ ਪਰਦੇ ਦੀ ਲੋੜ ਨਹੀਂ ਹੈ, ਪਰ ਜਦੋਂ ਬੰਦਾ ਪਾਪ ਕਮਾਉਂਦਾ ਹੈ ਤੇ ਫਿਰ ਬੜੇ ਪਰਦੇ ਕਰਦਾ ਕਿ ਕਿਧਰੇ ਮੇਰੇ ਪਾਪਾਂ ਦਾ ਕਿਸੇ ਨੂੰ ਪਤਾ ਨਾ ਲੱਗੇ। ਤੇ ਭਗਤ ਕਬੀਰ ਸਾਹਿਬ ਕਹਿੰਦੇ ਪਾਪ ਬੜੇ ਇਹਨੇ ਕੀਤੇ ਤੇ ਦੁਨੀਆ ਤੋਂ ਲੁਕਾ ਵੀ ਬੜਾ ਰੱਖਿਆ। ਤੇ ਚਲੋ ਬੜਾ ਚਲਾਕ ਸੀ ਤੇ ਇੰਨੀ ਚਲਾਕੀ ਦੇ ਨਾਲ ਪਾਪ ਕਰਦਾ ਰਿਹਾ ਕਿ ਸੰਸਾਰ ਨੂੰ ਨਹੀਂ ਪਤਾ ਲੱਗਿਆ। ਲੋਕ ਹੋਰ ਕੁਝ ਸਮਝਦੇ ਰਹੇ, ਇਹ ਅੰਦਰੋਂ ਕੁਝ ਹੋਰ ਸੀ। ਲੋਕ ਇਹਨੂੰ ਧਰਮੀ ਸਮਝ ਕੇ, ਸੱਚਾ ਸੁੱਚਾ ਸਮਝ ਕੇ ਸਲਾਉਂਦੇ ਰਹੇ, ਇਹ ਅੰਦਰ ਤੋਂ ਪਾਪੀ ਸੀ। ਇੱਦਾਂ ਜੀਵਨ ਦੀ ਖੇਡ ਚੱਲਦੀ ਰਹੀ। ਪਰ ਕਬੀਰ ਸਾਹਿਬ ਕਹਿੰਦੇ ਇਹ ਪਰਦਾ ਹਮੇਸ਼ਾ ਪਰਦਾ ਨਹੀਂ ਰਹਿੰਦਾ। ਕਬੀਰ ਜੇਤੇ ਪਾਪ ਕੀਏ ਰਾਖੇ ਤੱਲੇ ਦੁਰਾਏ, ਪ੍ਰਗਟ ਭਏ ਨਿਦਾਨ ਸਭ ਜਬ ਪੁੱਛੇ ਧਰਮ ਰਾਏ। ਕਹਿੰਦੇ ਜਦੋਂ ਲੇਖਾ ਦੇਣ ਦਾ ਵਕਤ ਆਇਆ, ਉਦੋਂ ਫਿਰ ਸਾਰਾ ਕੁਝ ਸਾਹਮਣੇ ਆ ਗਿਆ। ਧਰਮ ਰਾਏ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢੱਕ ਹੈ। ਮਹਾਰਾਜ ਕਹਿੰਦੇ ਪਰਦੇ ਰੱਖਣ ਵਾਲਿਆ, ਜਿੱਦਣ ਲੇਖਾ ਦੇਣ ਦਾ ਵਕਤ ਆਉਣਾ, ਉਦਣ ਤੇਰਾ ਪਰਦਾ ਕੌਣ ਢੱਕੇਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਹਨ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ। ਬੜੇ ਭੋਗ ਦੁਨੀਆ ਦੇ ਭੋਗੇ,
ਅਖੀਰ ਫਿਰ ਜਾਣ ਦਾ ਵਕਤ ਆ ਗਿਆ। ਪਾਪ ਕਮਾ ਕਮਾ ਕੇ ਭੋਗ ਭੋਗਦਾ ਰਿਹਾ। ਵੱਡਾ ਹੋਵਾ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀਐ, ਬੈ ਲੇਖਾ ਕਰ ਸਮਝਾਇਆ। ਇੱਥੇ ਬੜੇ ਪਾਪ ਕਮਾਏ। ਇੱਕ ਦਿਨ ਫਿਰ ਗਲ ਸੰਗਲ ਪਾ ਕੇ ਜੰਮ ਇਹਨੂੰ ਲੈ ਤੁਰੇ ਕਿ ਚੱਲ ਹੁਣ ਜਾਣ ਦਾ ਵਕਤ ਆ ਗਿਆ, ਕੋਈ ਬਹਾਨਾ ਨਹੀਂ ਚੱਲਣਾ। ਕਿਉਂਕਿ ਬੰਦਾ ਉੱਥੇ ਵੀ ਸੋਚਦਾ, ਜਿਹੜਾ ਜ਼ਿੰਦਗੀ ਭਰ ਰਿਸ਼ਵਤ ਦੇ ਦੇ ਕੇ ਕੰਮ ਚਲਾਉਂਦਾ ਰਿਹਾ, ਰਿਸ਼ਵਤ ਲੈ ਲੈ ਕੇ ਕੰਮ ਕਰਦਾ ਰਿਹਾ, ਉਹ ਸੋਚਦਾ ਹੈ ਕਿ ਜਮਾਂ ਨੂੰ ਵੀ ਕੁਝ ਰਿਸ਼ਵਤ ਦੇਵਾਂ ਅਤੇ ਇਹਨਾਂ ਤੋਂ ਖਹਿੜਾ ਛਡਾ ਲਵਾਂ। ਪਰ ਮਹਾਰਾਜ ਕਹਿੰਦੇ ਉੱਥੇ ਕੋਈ ਰਿਸ਼ਵਤ ਨਹੀਂ ਚੱਲਦੀ ਹੈ, ਉੱਥੇ ਕੋਈ ਸਿਫਾਰਿਸ਼ ਵੀ ਨਹੀਂ ਚੱਲਦੀ ਹੈ। ਤੇ ਕਬੀਰ ਸਾਹਿਬ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੱਡਾ ਹੋਵਾ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀਐ, ਬੈ ਲੇਖਾ ਕਰ ਸਮਝਾਇਆ। ਥਾਉ ਨਾ ਹੋਵੀ ਪਾਉਂਦੀ, ਹੁਣ ਸੁਣੀਐ ਕਿਆ ਰਵਾਇਆ। ਮਨ ਅੰਧੇ ਜਨਮ ਗਵਾਇਆ। ਗੁਰੂ ਕਹਿੰਦੇ ਅੰਨੇ ਨੇ ਜੀਵਨ ਵਿਅਰਥ ਗਵਾ ਲਿਆ ਤੇ ਇੱਥੇ ਪਾਪ ਕਮਾਉਂਦਾ ਰਿਹਾ, ਅੱਗੇ ਜਮਾਂ ਦੀ ਮਾਰ ਸਹਿਣੀ ਪੈ ਰਹੀ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਤਿੰਨਾਂ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ, ਇੱਥੇ ਦੁੱਖ ਕਨੇਰਿਆਂ ਅੱਗੇ ਠੌਰ ਨਾ ਠਾਉ। ਜਿੰਨੇ ਕਰਮ ਕਮਾਵਾਂਗੇ, ਕਰਮਾਂ ਦਾ ਬੀਜ ਆਪਾਂ ਬੀਜ ਰਹੇ ਹਾਂ। ਕੱਲੇ ਕੱਲੇ ਕਰਮ ਦਾ ਲੇਖਾ ਦੇਣਾ ਪੈਣਾ ਹੈ। ਕਰਮੀ ਕਰਮੀ ਹੋਏ ਵਿਚਾਰ। ਇੱਥੇ ਜਿੰਨੇ ਮਰਜ਼ੀ ਪੜਦੇ ਰੱਖ ਲਈਏ, ਪਰ ਰੱਬ ਦੇ ਘਰ ਕੋਈ ਪੜਦਾ ਨਹੀਂ ਚੱਲਦਾ ਹੈ। ਅੱਗੇ ਕਬੀਰ ਸਾਹਿਬ ਕਹਿੰਦੇ ਕਬੀਰ ਹਰਿ ਕਾ ਸਿਮਰਨ ਛੱਡ ਕੇ, ਪਾਲਿਓ ਬਹੁਤ ਕੁਟੰਬ। ਵਾਹਿਗੁਰੂ ਦਾ ਸਿਮਰਨ ਛੱਡ ਕੇ, ਪਰਮਾਤਮਾ ਦੀ ਭਗਤੀ ਛੱਡ ਕੇ, ਮੋਹ ਦੇ ਜਾਲ ਦੇ ਵਿੱਚ ਫਸ ਕੇ ਇਹ ਸਾਰੀ ਜ਼ਿੰਦਗੀ ਬਸ ਟੱਬਰ ਹੀ ਪਾਲਦਾ ਰਹਿ ਗਿਆ, ਪਰਿਵਾਰ ਹੀ ਪਾਲਦਾ ਰਹਿ ਗਿਆ। ਜਦੋਂ ਇਹਨੂੰ ਕਿਹਾ ਰੱਬ ਦਾ ਨਾਂ ਲੈ, ਪਰਮਾਤਮਾ ਨੂੰ ਜਪ ਲੈ, ਅਰਾਧ ਲੈ, ਇਹਨੇ ਘਰ ਪਰਿਵਾਰ ਦੇ ਬਹਾਨੇ ਬਣਾ ਦਿੱਤੇ। ਅਜੇ ਪੁੱਤ ਵਿਆਹੁਣੇ, ਪੋਤਰੇ ਵਿਆਹੁਣੇ, ਇੱਦਾਂ ਦੇ ਬਸ ਪਰਿਵਾਰ ਦੇ ਹੀ ਬਹਾਨੇ ਬਣਾਈ ਗਿਆ। ਕਬੀਰ ਸਾਹਿਬ ਕਹਿੰਦੇ ਹਰਿ ਕਾ ਸਿਮਰਨ ਛੱਡ ਕੇ, ਪਾਲਿਓ ਬਹੁਤ ਕੁਟੰਬ। ਧੰਦਾ ਕਰਤਾ ਰਹਿ ਗਿਆ, ਭਾਈ ਰਹਿਆ ਨਾ ਬੰਦ। ਕਹਿੰਦੇ ਧੰਦਾ ਕਰਦਿਆਂ ਕਰਦਿਆਂ ਜ਼ਿੰਦਗੀ ਮੁੱਕ ਗਈ ਤੇ ਅਖੀਰ ਤੇ ਨਾ ਕੋਈ ਭਾਈ ਨਾਲ ਤੁਰਿਆ, ਨਾ ਕੋਈ ਪੁੱਤ ਨਾਲ ਚੱਲਦੇ ਨੇ, ਨਾ ਕੋਈ ਬੰਧਪ ਸੰਬੰਧੀ ਨਾਲ ਚੱਲਦੇ ਹਨ, ਕੋਈ ਨਹੀਂ ਨਾਲ ਜਾਂਦਾ। ਅਖੀਰ ਤੇ ਜੀਵ ਨੂੰ ਇਕੱਲਿਆਂ ਹੀ ਜਾਣਾ ਪੈਂਦਾ ਹੈ। ਜੈ ਮਾਤ ਪਿਤਾ ਸੁਤ ਮੀਤ, ਨਾ ਭਾਈ ਮਨ ਊਹਾਂ, ਨਾਮ ਤੇਰਾ ਸੰਗ ਸਹਾਈ। ਇਹਨਾਂ ਸੰਬੰਧੀਆਂ ਚੋਂ ਕੋਈ ਨਾ ਅਸੀਂ ਕਿਸੇ ਦੇ ਨਾਲ ਉਲਾਮਾ ਨਹੀਂ ਹੈ, ਨਾ ਅਸੀਂ ਕਿਸੇ ਦੇ ਨਾਲ ਮਰ ਸਕਦੇ ਹਾਂ, ਨਾ ਕੋਈ ਸਾਡੇ ਨਾਲ ਮਰ ਸਕਦਾ ਹੈ। ਸੰਸਾਰ ਦੀ ਖੇਡ ਜੀਵਨ ਦੀ ਖੇਡ ਹੈ। ਕੋਈ ਮਰੇ ਨਾ ਮੋਇਆ ਨਾਲੇ, ਕੋਈ ਮਰਿਆਂ ਦੇ ਨਾਲ ਨਹੀਂ ਮਰਦਾ ਹੈ। ਘਰ ਕੀ ਨਾਰ ਬਹੁਤ ਹਿਤ ਜਾਂਸਿਓ, ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਕਿਉਂਕਿ ਜੀਵਨ ਸਾਥਣ ਹੈ, ਮਰਨ ਸਾਥਣ ਨਹੀਂ ਹੈ। ਜੀਵਨ ਸਾਥੀ ਹੈ, ਮਰਨ ਸਾਥੀ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਇਸ ਕਰਕੇ ਮਾਲਕ ਦਾ ਨਾਮ ਜਪ ਲੈ, ਉਹ ਕਮਾਈ ਤੇਰੇ ਨਾਲ ਜਾਣੀਓ। ਅਖੀਰ ਤੇ ਲੇਖਾ ਦੇਣਾ ਪੈਣਾ ਕਰਮਾਂ ਦਾ। ਜੇ ਰੱਬ ਦੇ ਨਾਮ ਦੀ ਕਮਾਈ ਹੋਏਗੀ ਮੁੱਖ ਉਜਲਾ, ਤੇ ਜੇ ਨਾਮ ਧਨ ਪੱਲੇ ਨਾ ਹੋਇਆ ਤੇ ਫਿਰ ਦੁੱਖ ਕਨੇਰੇ। ਕਬੀਰ ਹਰਿ ਕਾ ਸਿਮਰਨ ਛੱਡ ਕੇ, ਰਾਤ ਜਗਾਵਣ ਜਾਏ। ਕਬੀਰ ਸਾਹਿਬ ਕਹਿੰਦੇ ਬੜੇ ਲੋਕ ਐਸੇ ਨੇ, ਅਤ ਦੀ ਪਾਪੀ ਬਿਰਤੀ ਵਾਲੇ ਲੋਕ, ਜਿਨ੍ਹਾਂ ਦਾ ਹਮੇਸ਼ਾ ਇਸੇ ਗੱਲ ਤੇ ਧਿਆਨ ਹੁੰਦਾ ਕਿ ਦੂਜਿਆਂ ਦਾ ਨੁਕਸਾਨ ਕਿੱਦਾਂ ਕਰਨਾ ਹੈ। ਬੜੀ ਈਰਖਾ ਦੀ ਅੱਗ, ਦੂਜੇ ਦਾ ਸੁੱਖ ਵੇਖਣਗੇ ਤੇ ਸੜ ਬਲ ਜਾਣਗੇ। ਇਹ ਸੱਚ ਹੈ। ਬੰਦਾ ਉਹਨਾਂ ਆਪਣੇ ਦੁੱਖ ਤੋਂ ਦੁਖੀ ਨਹੀਂ ਹੁੰਦਾ ਜਿੰਨਾ ਦੂਜੇ ਦੇ ਸੁੱਖ ਤੋਂ ਦੁਖੀ ਹੁੰਦਾ ਹੈ। ਉਨੀ ਆਪਣੀ ਬਦਨਾਮੀ ਤੋਂ ਦੁਖੀ ਨਹੀਂ ਹੁੰਦਾ ਹੈ ਜਿੰਨਾ ਦੂਜੇ ਦੀ ਸ਼ੋਭਾ ਨੂੰ ਸੁਣ ਕੇ ਇਹ ਦੁਖੀ ਹੁੰਦਾ, ਦੂਜੇ ਦੀ ਵਡਿਆਈ ਨੂੰ ਵੇਖ ਕੇ ਦੁਖੀ ਹੁੰਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਫਿਰ ਇੱਦਾਂ ਦੇ ਲੋਕ ਜਿਨ੍ਹਾਂ ਦੇ ਅੰਦਰ ਅਤ ਦੀ ਈਰਖਾ ਹੁੰਦੀ ਹੈ, ਉਹ ਦੂਜੇ ਦਾ ਨੁਕਸਾਨ ਕਰਨ ਦੇ ਲਈ ਕੁਝ ਵੀ ਕਰ ਸਕਦੇ ਨੇ ਤੇ ਕਰਦੇ ਨੇ। ਇੱਥੇ ਲੋਕ ਈਰਖਾ ਦੀ ਅੱਗ ਦੇ ਵਿੱਚ ਸੜੇ ਹੋਏ। ਤੇ ਪੁਰਾਤਨ ਸਮਿਆਂ ਦੀ ਇੱਕ ਦ੍ਰਿਸ਼ਟਾਂਤ, ਇੱਕ ਉਦਾਹਰਨ ਕਬੀਰ ਸਾਹਿਬ ਦੇ ਰਹੇ ਨੇ, ਕਿਉਂਕਿ ਵਹਿਮਾਂ ਭਰਮਾਂ 'ਚ ਲੋਕ ਫਸੇ ਹੁੰਦੇ ਸਨ। ਤੇ ਵਹਿਮੀ ਭਰਮੀ ਲੋਕ ਅੱਜ ਵੀ ਬੜਾ ਪਿੰਡਾਂ ਖੰਡਾਂ ਦੇ ਵਿੱਚ, ਵੈਸੇ ਤੇ ਸ਼ਹਿਰਾਂ 'ਚ, ਇੱਥੇ ਵੀ ਆਪਾਂ ਵੇਂਦੇ ਕਈ ਵਾਰ ਚੁਰਾਹੇ 'ਚ ਲੋਕਾਂ ਨੇ ਕੀ ਸੁੱਟਿਆ ਹੁੰਦਾ ਹੈ, ਵਹਿਮਾਂ 'ਚ ਫਸੇ ਹੋਏ ਨੇ। ਸਿਨੇਮੇ ਦੇ ਪਿਛਲੇ ਪਾਸੇ ਇੱਕ ਦਰਖਤ ਹੈ,
ਤੁਸੀਂ ਦੇਖ ਹੁਣ ਦਰਖਤ ਨੂੰ ਪਾਣੀ ਪਾਓ, ਵਿਚਾਰਾ ਵਧੇਗਾ ਫੁੱਲੇਗਾ, ਉਹਨੂੰ ਤੇਲ ਪਾ ਪਾ ਕੇ ਹੀ ਸੁਕਾ ਸੁੱਟਿਆ ਹੈ। ਇਹ ਕੀ ਹੈ? ਅਗਿਆਨਤਾ। ਕਬੀਰ ਸਾਹਿਬ ਕਹਿੰਦੇ ਕੀ ਹੁੰਦਾ ਸੀ, ਇਸਤਰੀਆਂ ਨੇ ਦੂਜੇ ਦੇ ਨੁਕਸਾਨ ਕਰਨ ਦੇ ਲਈ ਲੋਕ ਕਬਰਾਂ 'ਚ ਦੀਵਾ ਤੱਕ ਜਗਾਉਣ ਦੇ ਲਈ ਚਲੇ ਜਾਂਦੇ ਸਨ, ਦੂਜੇ ਦੇ ਨੁਕਸਾਨ ਦੇ ਲਈ, ਜਾਂ ਉੱਥੋਂ ਕਬਰਾਂ ਦੀ ਰਾਖ ਲਿਆ ਕੇ ਦੂਜੇ ਦੇ ਘਰ 'ਤੇ ਸੁੱਟਣੀ, ਇੱਦਾਂ ਦੇ ਭਰਮ ਕਰਨੇ। ਤੇ ਕਬੀਰ ਸਾਹਿਬ ਕਹਿੰਦੇ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ। ਜਿਹੜੇ ਮਸਾਣਾ 'ਚ ਰਾਤ ਦੀਵੇ ਜਗਾਉਣ ਜਾਂਦੇ ਨੇ ਦੂਜੇ ਦੇ ਨੁਕਸਾਨ, ਦੂਜੇ ਦੀ ਬਰਬਾਦੀ ਦੇ ਲਈ, ਤੇ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਛੱਡ ਕੇ ਬੈਠੇ ਹਨ। ਸਰਪਨ ਹੋਏ ਕੈ ਔਂਤਰੈ ਜਾਏ ਆਪਣੇ ਖਾਏ। ਜਿਹੜੀ ਇਸਤਰੀ ਇੱਦਾਂ ਦੇ ਮਾੜੇ ਕਰਮ ਕਰਦੀ ਹੈ, ਦੂਜੇ ਦੇ ਘਰ ਦੀ ਬਰਬਾਦੀ ਦੇ ਲਈ ਮਾੜੇ ਤੋਂ ਮਾੜਾ ਕਰਮ, ਕਬਰਾਂ 'ਚ ਦੀਵਾ ਤੱਕ ਜਗਾਉਣ ਦੇ ਲਈ ਅੱਧੀ ਰਾਤ ਚਲੀ ਜਾਂਦੀ ਹੈ। ਕਬੀਰ ਸਾਹਿਬ ਕਹਿੰਦੇ ਇੱਦਾਂ ਦੀ ਅਗਲੇ ਜਨਮ ਦੇ ਵਿੱਚ ਸੱਪਣੀ ਬਣ ਕੇ ਜੀਵਨ ਲੈਂਦੀ ਜੇ, ਤੇ ਆਪਣੇ ਬੱਚਿਆਂ ਨੂੰ ਆਪ ਹੀ ਖਾਂਦੀ ਜੇ। ਫਿਰ ਉਹਨੂੰ ਇਹ ਕੁਝ ਉਹਦੇ ਪੱਲੇ ਪੈਂਦਾ ਹੈ ਕਿਉਂਕਿ ਜਿਹੜਾ ਦੂਜਿਆਂ ਨੂੰ ਦੁੱਖ ਦੇਣਾ ਚਾਹੁੰਦਾ ਹੈ, ਆਪ ਕਦੇ ਸੁੱਖ ਨਹੀਂ ਭੋਗ ਸਕਦਾ। ਦੂਜੇ ਨੂੰ ਅਸੀਂ ਕੀ ਦਿੰਦੇ ਹਾਂ? ਜੋ ਸਾਡੇ ਕੋਲ ਹੋਵੇ ਉਹੀ ਅਸੀਂ ਦੂਜੇ ਨੂੰ ਦੇ ਸਕਦੇ, ਜੋ ਸਾਡੇ ਕੋਲ ਨਹੀਂ ਹੈ ਉਹ ਦੂਜੇ ਨੂੰ ਨਹੀਂ ਦੇ ਸਕਦੇ। ਸੁੱਖ ਹੋਵੇਗਾ ਬੰਦਾ ਸੁੱਖ ਦੇਵੇਗਾ, ਦੁੱਖ ਹੋਏਗਾ ਦੁੱਖ ਦੇਵੇਗਾ। ਜੇ ਦੂਜੇ ਨੂੰ ਕੁਝ ਦੇਣਾ ਚਾਹੁੰਦੇ ਹਾਂ, ਪਹਿਲਾਂ ਸਾਨੂੰ ਮਿਲੇਗਾ, ਫਿਰ ਦੂਜੇ ਤੱਕ ਅਸੀਂ ਪਹੁੰਚਾਵਾਂਗੇ। ਜੇ ਦੁੱਖ ਦੂਜੇ ਨੂੰ ਦੇਣਾ ਚਾਹੁੰਦੇ ਹਾਂ ਤੇ ਦੁੱਖ ਪਹਿਲਾਂ ਸਾਡੀ ਜ਼ਿੰਦਗੀ 'ਚ ਆਉਣਗੇ, ਫਿਰ ਦੂਜੇ ਨੂੰ ਅਸੀਂ ਦੁੱਖ ਦੇ ਸਕਦੇ। ਇਸ ਕਰਕੇ ਦੂਜਿਆਂ ਦਾ ਸੁੱਖ ਮੰਗੀਏ, ਸਰਬੱਤ ਦਾ ਭਲਾ ਮੰਗੀਏ ਤੇ ਭਲਾ ਕਰੀਏ, ਤਾਂ ਕਿ ਸਾਡਾ ਜੀਵਨ ਵੀ ਸੁਖੀਆ ਸੁਹੇਲਾ ਆਨੰਦਮਈ ਬਣੇ, ਗੁਰੂ ਦੀਆਂ ਖੁਸ਼ੀਆਂ ਮਿਲਣ। ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਇਸੇ ਤਰ੍ਹਾਂ ਭਲੇ ਦਾ ਹਮੇਸ਼ਾ ਯਤਨ ਵੀ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।